ਪਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸ਼੍ਰੀ ਨਾਨਕ ਭਾਗ ਪੰਕਜ, ਬੰਦਨ ਭਾਗ ਪੰਕਜ। ਸਿਮਰੋ ਅੰਗਦ ਦੋਖ, ਅਮਰਦਾਸ ਗੁਰ ਹਿਰਦੈ। ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਗੁਰੂ ਹਰਿਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ, ਗੁਰ ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਸਲੋਕ ਲਿਖਵਾਵਨ ਕੀਨੇ, ਸ਼੍ਰੀ ਅਰਜਨ ਰਾਗਨ ਕੇ ਅੰਤ। ਬਹੁਰ ਪਿਖਿਓ ਗੁਰਦਾਸ ਲਿਖਾਰੀ, ਬੋਲੇ ਸ਼੍ਰੀ ਗੁਰ ਬਦਨ ਸੁਭੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਮਹਾਰਾਜ ਜੀਆਂ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਕਿਰਪਾ ਕਰਕੇ ਆਪ ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ। ਆਪਣਾ ਮਨੁੱਖਾ ਜਨਮ ਸਤਿਗੁਰ ਜੀਆਂ ਦੀ ਗੋਦ ਵਿੱਚ ਸਫਲ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਗਨ ਕੱਟਹਿ ਸਭ ਤੇਰੇ।
ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਬ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਪਟ ਨਲ ਜੀ ਕਹਿੰਦੇ ਨੇ ਜਿਨ੍ਹਾਂ ਨੇ ਹਜੂਰ ਦੇ ਦਰਸ਼ਨ ਨਹੀਂ ਕੀਤੇ ਤੇ ਗੁਰੂ ਧਾਰਨ ਨਹੀਂ ਕੀਤਾ, ਉਹਨਾਂ ਦਾ ਸੰਸਾਰ ਵਿੱਚ ਆਇਆ ਵਿਅਰਥ ਹੈ। ਭਾਵ ਨਹੀਂ ਸੀ ਆਉਣਾ ਚਾਹੀਦਾ ਉਹਨਾਂ ਨੂੰ ਸੰਸਾਰ ਵਿੱਚ। ਐਸੇ ਕਲਯੁਗ ਦੇ ਵਿੱਚ ਮਹਾਨ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਹਜੂਰ ਵਰਗਾ ਕੋਈ ਹੋਰ ਸੰਸਾਰ ਵਿੱਚ ਹੈ ਹੀ ਨਹੀਂ। ਜਿਸ ਸਮੇਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਜੀਆਂ ਦੀ ਧਰਤੀ ਤੇ ਖਾਲਸੇ ਦੇ ਮਨ ਵਿੱਚ ਬੜਾ ਵਿਰਾਗ ਹੈ। ਜਦੋਂ ਹਜੂਰ ਨੇ ਖਾਲਸੇ ਦੇ ਵਿੱਚ ਬਿਦਤ ਹੋ ਗਿਆ ਹੈ ਕਿ ਮਹਾਰਾਜ ਜੀ ਹੁਣ ਜੋਤੀ ਜੋਤ ਸਮਾਉਣਗੇ, ਹੱਥ ਜੋੜ ਕੇ ਖਾਲਸੇ ਨੇ ਪੁੱਛਿਆ ਹੈ, ਹਜੂਰ ਜੇ ਆਪ ਜੀਆਂ ਦੇ ਦਰਸ਼ਨਾਂ ਦੀ ਮਹਾਰਾਜ ਜੀ ਲਾਲਸਾ ਹੋਵੇ। ਹਜੂਰ ਨੇ ਕਿਹਾ ਸੀ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹਜੂਰ ਜੇ ਇਸੇ ਸਰੂਪ ਦੇਖਣ ਦੀ ਇੱਛਾ ਹੋਵੇ, ਮਹਾਰਾਜ ਜੀਆਂ ਨੇ ਕਿਹਾ ਸੀ, ਗੁਰੂ ਦਰਸ ਜੇ ਦੇਖਣਾ, ਗੁਰੂ ਗ੍ਰੰਥ ਦਰਸਾਏ। ਖਾਲਸਾ ਜੀ ਜੇ ਸਾਡੇ ਦਰਸ਼ਨ ਕਰਨ ਦੀ ਇੱਛਾ ਹੋਵੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰ ਲੈਣਾ। ਹਜੂਰ ਜੇ ਗੱਲ ਕਰਨ ਦੀ ਇੱਛਾ ਹੋਵੇ ਮਹਾਰਾਜ ਜੀ, ਹਜੂਰ ਨੇ ਕਿਹਾ ਸੀ, ਬਾਤ ਕਰਨ ਗੁਰ ਸੋ ਚਹੈ, ਪੜ੍ਹੈ ਗੁਰੂ ਗ੍ਰੰਥ ਚਿਤ ਲਾਏ। ਜੇ ਸਾਡੇ ਨਾਲ ਗੱਲ ਕਰਨ ਦੀ ਇੱਛਾ ਹੋਵੇ ਖਾਲਸਾ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਅੰਮ੍ਰਿਤ ਗੁਰਬਾਣੀ ਦਾ ਪਾਠ ਚਿੱਤ ਲਾ ਕੇ ਕਰਨਾ, ਪ੍ਰੇਮ ਇਕਾਗਰਤਾ ਸੁਚਮਤਾ ਸਾਵਧਾਨ ਹੋ ਕੇ ਕਰਨਾ। ਸਾਡੇ ਦਰਸ਼ਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚੋਂ ਹੋਵਣਗੇ। ਸਾਡੇ ਨਾਲ ਗੱਲ ਕਰਦੇ ਅਸੀਂ ਤੁਹਾਨੂੰ ਪ੍ਰਤੀਤ ਹੋਵਾਂਗੇ। ਐਸੀ ਮਹਾਨ ਪਵਿੱਤਰ ਗੁਰੂ ਕੀ ਬਾਣੀ ਸਾਧ ਸੰਗਤ ਜੀ ਕੱਲ ਨੂੰ 28 ਤਰੀਕ ਐਤਵਾਰ ਵਾਲੇ ਦਿਨ 12 ਭਾਦਰੋਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ। ਵੈਸੇ ਤਾਂ ਹਰ ਰੋਜ਼ ਹੀ ਸਤਿਗੁਰ ਜੀਆਂ ਦਾ ਨਵਾਂ ਪ੍ਰਕਾਸ਼ ਹੁੰਦਾ ਹੈ, ਪਰ ਸਾਧ ਸੰਗਤ ਜੀ ਜਿਸ ਦਿਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ, ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਧੰਨ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਇਤਿਆਦਿਕ ਬੇਅੰਤ ਗੁਰਸਿੱਖਾਂ ਨੇ ਜਿਸ ਸਮੇਂ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜੂਰ ਦਾ ਪਹਿਲਾ ਮੁੱਖ ਵਾਕ ਲਿਆ ਸੀ, ਉਸ ਦਿਨ ਪਹਿਲਾ ਪ੍ਰਕਾਸ਼ ਗੁਰਪੁਰਬ ਸਿੱਖ ਸੰਗਤਾਂ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ। ਉਸ ਦੇ ਸਬੰਧ ਵਿੱਚ ਸਾਧ ਸੰਗਤ ਜੀ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ। ਐਸੇ ਸਤਿਗੁਰ ਜੀ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਥ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਆਪ ਜੀ ਕੁਝ ਪਿਛਲੇ ਦਿਨਾਂ ਤੋਂ ਸ਼ਰਵਣ ਕਰਦੇ ਆ ਰਹੇ ਹੋ। ਕੱਲ ਆਪ ਜੀਆਂ ਨੇ ਸ਼ਰਵਣ ਕੀਤਾ ਸੀ ਜਿਸ ਸਮੇਂ ਸਤਿਗੁਰ ਜੀਆਂ ਪਾਸ ਕਾਂਸ਼ੀ ਤੋਂ ਦੋ ਪੰਡਿਤ ਆਉਂਦੇ ਹਨ, ਪੰਡਿਤ ਹਰੀ ਲਾਲ ਤੇ ਪੰਡਿਤ ਕ੍ਰਿਸ਼ਨ ਲਾਲ ਜੀ। ਸਤਿਗੁਰ ਜੀਆਂ ਦੇ ਦਰਸ਼ਨਾਂ ਦੀ ਮਨ ਵਿੱਚ ਲਾਲਸਾ ਹੈ। ਜਦੋਂ ਸਤਿਗੁਰ ਜੀ ਨੇ ਪੁੱਛਿਆ, ਪੰਡਿਤ ਜੀ ਕਿਵੇਂ ਆਉਣਾ ਹੋਇਆ? ਦੋਵੇਂ ਭਰਾ ਹੱਥ ਜੋੜ ਕੇ ਸਾਧ ਸੰਗਤ ਜੀ ਨੀਵੀਂ ਪਾ ਲੈਂਦੇ ਨੇ। ਸਤਿਗੁਰ ਜੀ ਤੁਸੀਂ ਤਾਂ ਅੰਤਰਜਾਮੀ ਹੋ ਹਜੂਰ, ਤੁਸੀਂ ਤਾਂ ਸਾਡੇ ਦਿਲਾਂ ਦੀਆਂ ਜਾਣਦੇ ਹੋ ਅਸੀਂ ਕਾਹਤੋਂ ਆਏ ਹਾਂ, ਪਰ ਫਿਰ ਵੀ ਜੇ ਪੁੱਛਦੇ ਹੋ ਮਹਾਰਾਜ ਜੀ, ਸਾਡੇ ਪਾਸ ਜੋ ਸਾਡੇ ਦਾਦਾ ਜੀ ਸੀ ਜਿਨ੍ਹਾਂ ਦਾ ਨਾਮ ਗੋਪਾਲ ਦੱਤ ਕਰਕੇ ਆਉਂਦਾ ਹੈ, ਹਜੂਰ ਉਹ ਕਾਂਸ਼ੀ ਜਿਸ ਸਮੇਂ ਜਗਤ ਜਲੰਦੇ ਨੂੰ ਤਾਰਦੇ ਹੋਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਾਂਸ਼ੀ ਗਏ ਸੀ, ਉਥੇ ਵਿਦਵਾਨਾਂ ਦੀ ਕਾਂਸ਼ੀ ਵਿੱਚ
ਹਜੂਰ ਨੇ ਚਰਚਾ ਜਿਸ ਸਮੇਂ ਕੀਤੀ ਸੀ, ਸਾਡੇ ਦਾਦਾ ਜੀਆਂ ਨੂੰ 4 ਸ਼ਲੋਕ ਸਤਿਗੁਰ ਜੀਆਂ ਨੇ 4 ਪੌੜੀਆਂ ਵਾਹਿਗੁਰੂ ਸਤਿਗੁਰ ਜੀਆਂ ਨੇ ਉਚਾਰਨ ਕੀਤੀਆਂ ਸੀ, ਜੋ ਸਾਧ ਸੰਗਤ ਜੀ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਦੰਗ। ਮਹਾਰਾਜ ਜੀਆਂ ਨੇ ਇਹ ਪੰਕਤੀਆਂ ਉਚਾਰਨ ਕੀਤੀਆਂ ਸੀ ਕਿ ਹੈ ਬ੍ਰਾਹਮਣ ਜਨੋ, ਪੁਸਤਕਾਂ ਪੜ੍ਹਦੇ ਹੋ, ਸੰਧਿਆ ਕਰਦੇ ਹੋ, ਭਾਵ ਆਪਣਾ ਨਿਤਨੇਮ ਵੀ ਕਰਦੇ ਹੋ। ਫਿਰ ਮਹਾਰਾਜ ਜੀ ਕਹਿੰਦੇ ਹਨ ਬਾਦੰ, ਝਗੜੇ ਵੀ ਕਰਦੇ ਹੋ, ਸਿਲਾ ਵੀ ਪੂਜਦੇ ਹੋ, ਪਰ ਬਗਲ ਸਮਾਧੀਆਂ ਵੀ ਲਾਉਂਦੇ ਹੋ। ਐਸਾ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਪਖੰਡ ਦੀਆਂ ਧੱਜੀਆਂ ਉਡਾਈਆਂ ਸੀ। ਉਹ ਸ਼ਲੋਕ ਇਹਨਾਂ ਨੂੰ ਮਿਲੇ ਹਨ ਜਿਸ ਸਮੇਂ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਆਪਣੇ ਦਾਦੇ ਜੀਆਂ ਤੋਂ ਇਹ ਸ਼ਲੋਕ ਮਿਲੇ। ਇਹਨਾਂ ਦੇ ਮਨ ਵਿੱਚ ਇੱਛਾ ਸੀ ਕਿ ਐਸੇ ਸਤਿਗੁਰ ਜੀਆਂ ਦੇ ਅਸੀਂ ਵੀ ਦਰਸ਼ਨ ਕਰੀਏ। ਪਤਾ ਲੱਗਾ ਉਹਨਾਂ ਦੀ ਜਗ੍ਹਾ ਤੇ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜੀ ਜਗਤ ਜਲੰਦੇ ਨੂੰ ਠਾਰ ਰਹੇ ਨੇ। ਕਾਂਛੀ ਤੋਂ ਚੱਲ ਕੇ ਫਿਰ ਇਹ ਸਤਿਗੁਰ ਜੀਆਂ ਪਾਸ ਆਏ ਨੇ। ਹਜੂਰ ਦੇ ਪਾਸ ਆ ਕੇ ਫਿਰ ਜਿਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਜੀ ਸਾਡੇ ਵੀ ਕੋਈ ਹੋਰ ਬਾਣੀ ਜਿਹੜੀ ਸਹਿਸਕ੍ਰਿਤੀ ਦੇ ਜੋ ਸ਼ਲੋਕ ਹਨ ਹਜੂਰ ਉਚਾਰਨ ਕਰਕੇ ਸਾਨੂੰ ਵੀ ਨਿਹਾਲ ਕਰੋ। ਉਸ ਸਮੇਂ ਸਤਿਗੁਰ ਜੀਆਂ ਨੇ ਇਹ ਸ਼ਲੋਕ ਸਹਿਸਕ੍ਰਿਤੀ ਬਾਣੀ ਇਹਨਾਂ ਦੋਨਾਂ ਪੰਡਤਾਂ ਨੂੰ ਸਾਧ ਸੰਗਤ ਜੀ ਪਰਥਾਏ ਸਾਖੀ ਮਹਾਪੁਰਸ਼ ਬੋਲਦੇ, ਸਾਜੀ ਸਗਲ ਜਹਾਨੇ। ਉਪਦੇਸ਼ ਤਾਂ ਇੱਕ ਵਾਸਤੇ ਹੁੰਦਾ ਹੈ ਪਰ ਕਲਿਆਣ ਸਾਰੇ ਜਗ ਦਾ ਕਰਦਾ ਹੈ। ਜਦੋਂ ਇਹਨਾਂ ਨੇ ਹਜੂਰ ਦੇ ਪਾਸ ਆ ਕੇ ਆਖਿਆ ਸੀ ਮਹਾਰਾਜ ਜੀ ਹੋਰ ਕੋਈ ਇੱਛਾ ਨਹੀਂ ਹੈ ਧਨ ਦੌਲਤ ਦੀ, ਕੇਵਲ ਮਹਾਰਾਜ ਜੀ ਇਹ ਪ੍ਰਲੋਕ ਦਾ ਰਸਤਾ ਸੌਖਾ ਹੋ ਜਾਵੇ, ਵਿਕਾਰਾਂ ਤੋਂ ਅਸੀਂ ਬਚ ਜਾਈਏ। ਮਹਾਰਾਜ ਜੀ ਕੁਝ ਐਸਾ ਉਪਦੇਸ਼ ਦਵੋ। ਉਸ ਸਮੇਂ ਜੋ ਪਹਿਲੇ 4 ਸ਼ਲੋਕ ਹਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਧੰਨ ਬ੍ਰਹਮ ਗਿਆਨੀ ਭਾਈ ਗੁਰਦਾਸ ਜੀਆਂ ਤੋਂ ਹਜੂਰ ਨੇ ਲਿਖਵਾਏ ਹਨ। ਫਿਰ ਸਾਧ ਸੰਗਤ ਜੀ 67 ਸ਼ਲੋਕ ਹਜੂਰ ਨੇ ਆਪ ਉਚਾਰਨ ਕੀਤੇ। ਕਤੰਚ ਮਾਤਾ ਕਤੰਚ ਪਿਤਾ, ਇਥੋਂ ਹਜੂਰ ਨੇ ਵਿੱਚ ਕੱਲੇ ਕੱਲੇ ਵਿਸ਼ੇ ਬਾਰੇ ਦੱਸਿਆ। ਇਹਨਾਂ ਦੀ ਗਮਤਾ ਕਿੰਨੀ ਹੈ, ਕਿੱਥੇ ਤਿੱਕਰ ਮਾਰ ਕਰਦੇ ਨੇ ਤੇ ਫਿਰ ਬਚਿਆ ਕਿਵੇਂ ਜਾਵੇ। ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਮੋਹ ਦੇ ਪ੍ਰਥਾਏ ਉਚਾਰਿਆ ਸੀ, ਮਹਾਰਾਜ ਜੀ ਕਹਿੰਦੇ ਹਨ ਤੂੰ ਬੜਾ ਹੀ ਤੇਜ ਹੈ, ਪਛ ਪੰਛੀ ਬਿਮੋਹਣ ਹੈ। ਪਸ਼ੂ ਪੰਛੀਆਂ ਨੂੰ ਨਹੀਂ ਛੱਡਿਆ, ਕਿਉਂਕਿ ਜਿਸ ਤਰ੍ਹਾਂ ਆਪਾਂ ਬਾਂਦਰੀ ਦੇਖਦੇ ਹਾਂ ਉਹਦਾ ਜੇ ਬੱਚਾ ਚੜ੍ਹਾਈ ਕਰ ਜੇ ਉਹਨੂੰ ਮਰੇ ਹੋਏ ਨੂੰ ਛਾਤੀ ਨਾਲ ਹੀ ਲਾਈ ਰੱਖਦੀ ਹੈ। ਐਸਾ ਜਾਨਵਰਾਂ ਵਿੱਚ ਵੀ ਇਹ ਮੋਹ ਪ੍ਰਬਲ ਹੈ। ਹੇ ਅਜਿਤ ਸੂਰ ਸੰਗਰਾਮੰ, ਐਸੀ ਮਹਾਰਾਜ ਜੀਆਂ ਨੇ ਬਾਣੀ ਰਚੀ ਮੋਹ ਤੂੰ ਅਜਿੱਤ ਹੈ, ਰਣ ਭੂਮੀ ਦੇ ਵਿੱਚ ਤੈਨੂੰ ਕੋਈ ਜਿੱਤ ਨਹੀਂ ਸਕਦਾ ਇਸ ਸੰਸਾਰ ਦੇ ਵਿੱਚ। ਫਿਰ ਹਜੂਰ ਨੇ ਕਾਮ ਦੀ ਬਾਬਤ ਦੱਸਿਆ ਹੈ, ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਭਰਮਾਵਣ ਹੈ। ਹੇ ਕਾਮ ਤੂੰ ਜੀਵਾਂ ਨੂੰ ਨਰਕਾਂ ਵਿੱਚ ਵਿਸਰਾਮ ਦਿੰਦਾ ਹੈ ਤੇ 84 ਲੱਖ ਜੂਨਾਂ ਵਿੱਚ ਭਵਾਉਣਾ ਹੈ। ਜਪ ਤਪ ਸੀਲ ਬਿਦਾਰਨ ਹੈ, ਜਿਨ੍ਹਾਂ ਕੀਤਾ ਹੁੰਦਾ ਜਪ ਹੈ। ਇਹ ਸਾਧ ਸੰਗਤ ਜੀ ਹਜੂਰ ਨੇ ਦੱਸਿਆ ਹੈ ਤਪ ਜਿਹੜਾ ਸੀਲ ਸ਼ਾਂਤੀ ਵਾਲਾ ਸੁਭਾਅ ਹੈ ਤੇ ਫਿਰ ਨਿਮਰਤਾ ਇਹ ਸਭ ਕਾਮ ਨਾਸ਼ ਕਰ ਦਿੰਦਾ ਹੈ। ਐਸੀ ਹਜੂਰ ਨੇ ਪਾਵਨ ਪਵਿੱਤਰ ਬਾਣੀ ਰਚੀ ਹੈ। ਫਿਰ ਇਹ ਦੋਨੋਂ ਪੰਡਿਤ ਹਰੀ ਲਾਲ ਤੇ ਕ੍ਰਿਸ਼ਨ ਲਾਲ ਜੀ ਸਤਿਗੁਰ ਜੀਆਂ ਪਾਸ ਰਹੇ ਹਨ। ਹਜੂਰ ਮਨ ਵਿੱਚ ਬੜੀ ਠੰਡ ਪੈ ਗਈ ਹੈ ਬਾਣੀ ਸੁਣ ਕੇ। ਕੁਝ ਪਰਮੇਸ਼ਰ ਦੀ ਹੋਰ ਗਾਥਾ ਕੋਈ ਕਹਾਣੀਆਂ ਸੁਣਾਓ। ਫਿਰ ਜੋ ਇਸ ਤੋਂ ਅਗਲੀ ਗਾਥਾ ਬਾਣੀ ਹੈ ਜੋ ਸਾਧ ਸੰਗਤ ਜੀ 24 ਪੌੜੀਆਂ ਦੀ ਪਾਵਨ ਪਵਿੱਤਰ ਬਾਣੀ ਹੈ, ਜਿਸ ਦੇ ਵਿੱਚ ਹਜੂਰ ਲਿਖਦੇ ਹਨ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਾ। ਇਹ ਪਰਮੇਸ਼ਰ ਦੀ ਗੂੜੀ ਜੋ ਪ੍ਰੇਮ ਦੀ ਗਾਥਾ ਹੈ, ਕੋਈ ਵਿਰਲਾ ਹੀ ਪ੍ਰੇਮ ਵਾਲਾ ਸਿੱਖ ਇਸ ਨੂੰ ਸਿੱਖਦਾ ਹੈ। ਜਿਸ ਵਿੱਚ ਹਜੂਰ ਨੇ ਸਾਧ ਸੰਗਤ ਜੀ ਗਾਥਾ ਛੰਦ ਦੀ ਵੀ ਚਾਲ ਹੈ। ਫਿਰ ਉਹ ਗਾਥਾ ਜੋ ਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਮਹਾਰਾਜ ਜੀਆਂ ਨੇ ਭਰਪੂਰ ਰਚੀ ਹੈ। ਹਜੂਰ ਜਿਸ ਵਿੱਚ ਲਿਖਦੇ ਹਨ
ਮਰਣੰ ਬਿਸਰਣੰ ਗੋਬਿੰਦਹਿ, ਜੀਵਨੰ ਹਰ ਨਾਮ ਧਿਆਵਣਹਿ। ਪਰਮੇਸ਼ਰ ਦਾ ਨਾਮ ਵਿਸਰ ਜਾਣਾ ਸਾਡੀ ਮੌਤ ਹੁੰਦੀ ਹੈ। ਫਿਰ ਜੀਵਨ ਕੀ ਹੈ? ਜੀਵਣਾ ਪ੍ਰਭੂ ਦਾ ਨਾਮ ਜਪ ਕੇ। ਐਸੀ ਪ੍ਰੇਮ ਦੀ ਗਾਥਾ ਹਜੂਰ ਨੇ ਰਚਨਾ ਕੀਤੀ ਹੈ। ਫਿਰ ਕੁਝ ਦਿਨ ਪੰਡਤ ਹਰੀ ਲਾਲ ਕ੍ਰਿਸ਼ਨ ਲਾਲ ਜੀ ਸਤਿਗੁਰ ਜੀਆਂ ਪਾਸ ਰਹੇ ਹਨ। ਇਸ ਤੋਂ ਉਪਰੰਤ ਧੰਨ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ, ਹਜੂਰ ਉਹਨਾਂ ਨੂੰ ਜਿਵੇਂ ਕਹਿੰਦੇ ਹਨ, ਭਾਈ ਗੁਰਦਾਸ ਜੀ ਤੁਸੀਂ ਵੀ ਸਤਿਗੁਰ ਜੀਆਂ ਦੀ ਸਿਫਤ ਵਿੱਚ ਬਾਣੀ ਰਚੀ ਹੈ। ਕਿਉਂਕਿ ਜੋ ਭਾਈ ਗੁਰਦਾਸ ਜੀਆਂ ਦੀ ਬਾਣੀ ਹੈ, ਆਪਾਂ ਪੜ੍ਹਦੇ ਹਨ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਜਾਂ ਛੇਵੇਂ ਪਾਤਸ਼ਾਹ ਜੀਆਂ ਦੀ ਜੋ ਉਸਤਤ ਕੀਤੀ ਹੈ ਕਿ ਵੱਡ ਜੋਧਾ ਬਹੁ ਪਰ ਉਪਕਾਰੀ, ਦਲ ਭੰਜਨ ਗੁਰ ਸੂਰਮਾ। ਇਹ ਧੰਨ ਬ੍ਰਹਮ ਗਿਆਨੀ ਧੰਨ ਭਾਈ ਗੁਰਦਾਸ ਜੀਆਂ ਦੀਆਂ ਵਾਰਾਂ ਵਿੱਚ ਆਉਂਦੀ ਹੈ। ਫਿਰ ਭਾਈ ਗੁਰਦਾਸ ਜੀਆਂ ਦੇ ਪਾਵਨ ਪਵਿੱਤਰ ਕਵਿਤ ਹਨ, ਜੋ ਬੜੀ ਸੁੰਦਰ ਰਚਨਾ ਹੈ। ਜਦੋਂ ਕਵੀ ਜੀ ਇਸ ਗ੍ਰੰਥ ਦੀ ਜਦੋਂ ਆਰੰਭ ਕਰਦੇ ਨੇ, ਵਿੱਚ ਦੱਸਦੇ ਨੇ ਕਵੀ ਜੀ ਕਿ ਕਿਹੜੇ ਕਿਹੜੇ ਮੇਨ ਸਰੋਤ ਲਏ ਹਨ। ਸਭ ਤੋਂ ਪਹਿਲਾਂ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਹਨ ਰੈਫਰੈਂਸ, ਕਿੱਥੋਂ ਲਈ ਹੈ? ਸਭ ਤੋਂ ਪਹਿਲਾਂ ਕਵੀ ਜੀ ਕਹਿੰਦੇ ਹਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਫਿਰ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ, ਫਿਰ ਧੰਨ ਭਾਈ ਗੁਰਦਾਸ ਜੀਆਂ ਦੀ ਜੋ ਬਾਣੀ ਹੈ ਇਤਿਆਦਿਕ। ਫਿਰ ਸਾਧ ਸੰਗਤ ਜੀ ਆਓ, ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਾਮਸਰ ਵਾਲੇ ਅਸਥਾਨ ਤੇ ਸਤਿਗੁਰ ਜੀ ਸਜੇ ਹੋਏ ਨੇ, ਧੰਨ ਬ੍ਰਹਮ ਗਿਆਨੀ ਭਾਈ ਗੁਰਦਾਸ ਜੀਆਂ ਨਾਲ ਜਿਸ ਤਰ੍ਹਾਂ ਸਤਿਗੁਰ ਜੀ ਬਚਨ ਕਰਦੇ ਹਨ, ਆਪਾਂ ਵੀ ਸਰਵਣ ਕਰੀਏ। ਇਸ ਮਨੁੱਖਾ ਜਿਹੀ ਦੇ ਕਲਿਆਣ ਵਾਸਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਸ਼ਲੋਕ ਲਿਖਵਾਵਨ ਕੀਨੇ। ਇਹ ਸ਼ਲੋਕ ਸਹਿਸਕ੍ਰਿਤੀ ਤੇ ਗਾਥਾ ਬਾਣੀ ਸਤਿਗੁਰ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਕੀਤੀ ਹੈ। ਸ੍ਰੀ ਅਰਜਨ ਰਾਗਨ ਕੇ ਅੰਤ। ਜਦੋਂ ਅਖੀਰਲਾ ਰਾਗ ਹੈ ਪ੍ਰਭਾਤੀ ਰਾਗ, ਇਹ ਸਾਧ ਸੰਗਤ ਜੀ ਪ੍ਰਭਾਤੀ ਰਾਗ, ਇਹ ਜੋ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ, ਕੱਲ ਵੀ ਜ਼ਿਕਰ ਕੀਤਾ ਸੀ। ਫਿਰ ਬਾਜਾਂ ਵਾਲੇ ਪਿਤਾ ਜੀਆਂ ਨੇ ਦਮਦਮਾ ਸਾਹਿਬ ਵਾਲੇ ਅਸਥਾਨ ਤੇ ਜੋ ਸਾਧ ਸੰਗਤ ਜੀ ਨਾਵੇਂ ਪਾਤਸ਼ਾਹ ਜੀਆਂ ਦੀ ਬਾਣੀ ਜੋ ਰਾਗ ਜੈ ਜਾਵੰਤੀ ਵਿੱਚ ਹਜੂਰ ਨੇ ਨਾਵੇਂ ਪਾਤਸ਼ਾਹ ਜੀਆਂ ਦੀ ਚਾਰ ਸਾਧ ਸੰਗਤ ਜੀ ਜੋ ਪੌੜੀਆਂ ਸ਼ਲੋਕ ਲਿਖੇ ਹਨ ਸਤਿਗੁਰ ਜੀਆਂ ਨੇ। ਵਾਹਿਗੁਰੂ ਇਹ ਜੈਜਾਵੰਤੀ ਰਾਗ ਹੈ ਜੋ ਉਹ ਦਮਦਮਾ ਸਾਹਿਬ ਵਾਲੀ ਜੋ ਬੀੜ ਸਤਿਗੁਰ ਜੀਆਂ ਨੇ ਉਚਾਰਨ ਕੀਤੀ ਸੀ, ਜਿੰਦੇ ਵਿੱਚ ਚਾਰ ਸ਼ਬਦ ਨਾਵੇਂ ਪਾਤਸ਼ਾਹ ਜੀਆਂ ਦੇ ਹਨ। ਪਰ ਜਿਹੜੀ ਇਹ ਕਰਤਾਰਪੁਰ ਸਾਹਿਬ ਵਾਲੀ ਬੀੜ ਸਤਿਗੁਰ ਜੀ ਲਿਖਵਾ ਰਹੇ ਹਨ, ਪ੍ਰਭਾਤੀ ਰਾਗ ਤੇ ਸਤਿਗੁਰ ਜੀਆਂ ਨੇ ਅਖੀਰਲਾ ਰਾਗ ਰਚ ਕੇ ਫਿਰ ਰਾਗ ਮੁਕਤ ਬਾਣੀ ਇਹ ਸ਼ਲੋਕ ਸਹਿਸਕ੍ਰਿਤੀ ਉਚਾਰਨ ਕੀਤੀ ਹੈ। ਬਹੁਰ ਪਿਖਿਓ ਗੁਰਦਾਸ ਲਿਖਾਰੀ। ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਧੰਨ ਭਾਈ ਗੁਰਦਾਸ ਜੀਆਂ ਵੱਲ ਤੱਕਿਆ ਹੈ। ਬੋਲੇ ਸ੍ਰੀ ਗੁਰਬਦਨ ਸੁਭੰਤ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਹਜੂਰ ਬੋਲੇ ਹਨ। ਨਿਜ ਬਾਣੀ ਤੈ ਕੀਨ ਬਨਾਵਨ। ਧੰਨ ਭਾਈ ਗੁਰਦਾਸ ਜੀ ਤੁਸੀਂ ਵੀ ਆਪਣੀ ਨਿਜ ਬਾਣੀ ਲਿਖੀ ਹੈ। ਆਨ ਦਿਖਾਵੋ ਗੁਰ ਜਸਵੰਤ। ਤੇ ਜਿਹੜਾ ਤੁਸੀਂ ਗੁਰੂ ਦਾ ਜਸ ਲਿਖਿਆ ਹੈ ਸਾਨੂੰ ਆ ਕੇ ਉਹ ਦਿਖਾਉਣਾ ਕਰੋ। ਤਿਸ ਛਿਨ ਭਗਤ ਸਮੀਪ ਹੁਤੇ। ਉਸ ਸਮੇਂ ਜੋ ਭਗਤ ਸਹਿਬਾਨ ਸਨ ਇਹ ਸਤਿਗੁਰ ਜੀਆਂ ਦੇ ਪਾਸ ਹੀ ਉਸ ਤੰਬੂ ਕਨਾਤ ਵਿੱਚ ਬੈਠੇ ਸੀ। ਸਭ ਚਰਚਾ ਕਰਤ ਅਲੇਖ ਬੇਅੰਤ। ਸਭ ਚਰਚਾ ਕਰ ਰਹੇ ਸੀ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੇਅੰਤ ਹਨ, ਲੇਖ ਹਨ ਕਿ ਲੇਖਾਂ ਵਿੱਚ ਨਹੀਂ ਆ ਸਕਦੇ। ਐਸੀ ਸਤਿਗੁਰ ਜੀਆਂ ਦੀ ਉਸਤਤ ਕਰਦੇ ਹਨ। ਮਾਨ ਬਚਨ ਗੁਰਦਾਸ ਗਇਓ ਤਬ। ਧੰਨ ਭਾਈ ਗੁਰਦਾਸ ਜੀ
ਸਤਿਗੁਰ ਜੀਆਂ ਦਾ ਬਚਨ ਮੰਨ ਕੇ ਤਤ ਛਿਨ ਦੌੜ ਕੇ ਗਏ ਹਨ। ਨਿਜ ਡੇਰੇ ਤੇ ਲਿਆਵਨ ਕੀਨ, ਜਿੱਥੇ ਭਾਈ ਗੁਰਦਾਸ ਜੀਆਂ ਦਾ ਆਸਣ ਸੀ ਉਥੇ ਜਾ ਕੇ ਜੋ ਆਪਣੀ ਗੁਰਬਾਣੀ ਲਿਖੀ ਹੈ, ਭਾਵ ਆਪਣੀ ਬਾਣੀ ਭਾਈ ਗੁਰਦਾਸ ਜੀਆਂ ਨੇ ਲਿਖੀ ਹੈ, ਉਹ ਲੈ ਕੇ ਆਉਂਦੇ ਨੇ। ਬੈਠ ਪਾਠ ਕਰ ਤਬਹਿ ਸੁਨਾਈ, ਉਥੇ ਬੈਠ ਕੇ ਫਿਰ ਸਤਿਗੁਰ ਜੀਆਂ ਪਾਸ ਭਾਈ ਗੁਰਦਾਸ ਜੀ ਬਾਣੀ ਸੁਣਾਉਣ ਲੱਗੇ ਨੇ, ਹੁਕਮ ਮੰਨ ਕੇ। ਜਿਸ ਮਹਿ ਮਹਿਮਾ ਗੁਰੂ ਪ੍ਰਬੀਨ, ਜਿਸ ਵਿੱਚ ਸਤਿਗੁਰ ਜੀਆਂ ਦੀ ਮਹਿਮਾ ਬੜੇ ਪ੍ਰਬੀਨ ਢੰਗ ਦੇ ਨਾਲ ਭਾਈ ਗੁਰਦਾਸ ਜੀਆਂ ਨੇ ਲਿਖੀ ਹੈ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਹੀ, ਇਤਿਆਦਿਕ ਕਲ ਤਾਰਨ ਗੁਰ ਨਾਨਕ ਆਇਆ, ਇਤਿਆਦਿਕ ਬਾਣੀ ਰਚੀ ਹੈ। ਆਰੰਭ ਵਿੱਚ ਲਿਖਦੇ ਨੇ, ਨਮਸਕਾਰ ਗੁਰਦੇਵ ਕੋ, ਇਹ ਧੰਨ ਭਾਈ ਗੁਰਦਾਸ ਜੀਆਂ ਦੀ ਬਾਣੀ ਹੈ। ਭਗਤ ਬ੍ਰਿੰਦ ਜੁਤ ਸਤਿਗੁਰ ਸੁਨ ਕੇ, ਜਿਸ ਸਮੇਂ ਸਤਿਗੁਰ ਜੀਆਂ ਨੇ ਸੁਣੀ ਹੈ, ਬੜੇ ਹੀ ਪ੍ਰੇਮ ਤੇ ਭਗਤੀ ਵਿੱਚ ਭਿੱਜੀ ਹੋਈ ਬਾਣੀ ਸਾਡੇ ਸੇਵਕ ਨੇ ਲਿਖੀ ਹੈ। ਭਏ ਪ੍ਰਸੰਨ ਸਲਾਹਤ ਚੀਨ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਸੰਨ ਹੋਏ ਨੇ। ਭਾਈ ਗੁਰਦਾਸ ਜੀਆਂ ਦੀ ਸਿਫਤ ਕਰਦੇ ਹਜੂਰ ਕਹਿੰਦੇ ਨੇ, ਬੜੀ ਸੁੰਦਰ ਬਾਣੀ ਰਚੀ ਹੈ। ਸ਼੍ਰੀ ਮੁਖ ਤੇ ਤਬ ਹੂੰ ਫਰਮਾਇਓ, ਉਸ ਸਮੇਂ ਸ਼੍ਰੋਮਣੀ ਮੁਖਾਰ ਬਿੰਦ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਫਰਮਾਇਆ ਹੈ। ਲਿਖੋ ਗ੍ਰੰਥ ਮਹਿ ਰਚੀ ਜੋ ਬੀਨ, ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਕੁਝ ਸੁੰਦਰ ਸ਼ਬਦ ਚੀਨ ਕੇ ਆਪ ਜੀ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਚੜਾ ਦਵੋ। ਸੁਨ ਗੁਰਦਾਸ ਹਾਥ ਕੋ ਜੋਰਤ, ਉਸੇ ਸਮੇਂ ਧੰਨ ਭਾਈ ਗੁਰਦਾਸ ਜੀ ਐਸੇ ਭਜਨ ਸਤਿਗੁਰ ਜੀਆਂ ਦੇ ਜਦੋਂ ਸੁਣੇ, ਦੋਨੋਂ ਹੱਥ ਜੋੜ ਕੇ ਸੀਸ ਝੁਕਾ ਕੇ ਬੋਲਦੇ ਹਨ, ਮੈਂ ਰਾਵਰ ਦਾਸਨ ਕੋ ਦਾਸ, ਹਜੂਰ ਮੈਂ ਗਰੀਬ ਆਪ ਜੀਆਂ ਦੇ ਦਾਸਾਂ ਦਾ ਵੀ ਦਾਸ ਹਾਂ ਸਤਿਗੁਰ ਜੀ। ਸੇਵਕ ਅਵਨੀ ਤਲ ਮਹਿ ਬਹਿਸੇ, ਜੋ ਸੇਵਕ ਹੁੰਦੇ ਹਨ ਹਜੂਰ, ਉਹ ਧਰਤੀ ਤੇ ਬੈਠੇ ਹੀ ਸੋਭਾ ਪਾਉਂਦੇ ਨੇ। ਸਾਹਿਬ ਉਚਤੈ ਤਖਤ ਬਿਸਲਾਸ, ਤੇ ਹਜੂਰ ਆਪ ਜੀਆਂ ਦੀ ਸੋਭਾ ਮਹਾਰਾਜ ਜੀ ਤਖਤ ਤੇ ਹੀ ਸੁੰਦਰ ਲੱਗਦੀ ਹੈ। ਤਿਮ ਅੰਤਰ ਬਾਣੀ ਮਹਿ ਹੋਵਤ, ਇਸੇ ਤਰ੍ਹਾਂ ਹਜੂਰ ਬਾਣੀ ਦੇ ਵਿੱਚ ਅੰਤਰ ਹੈ। ਮੈਂ ਆਪ ਜੀਆਂ ਦੇ ਦਾਸਾਂ ਦਾ ਦਾਸ ਹਾਂ। ਹਜੂਰ ਆਪ ਸ਼੍ਰੋਮਣੀ ਕਲਯੁਗ ਦੇ ਵਿੱਚ ਗੁਰੂ ਹੋ, ਇਸੇ ਤਰ੍ਹਾਂ ਬਾਣੀ ਵਿੱਚ ਵੀ ਹਜੂਰ ਇਹੀ ਅੰਤਰ ਹੈ। ਕਿਤ ਪਟ ਬੀਜਨ ਕਿਤ ਸਪਤਾਸ, ਕਿਥੇ ਮਹਾਰਾਜ ਜੀ ਇੱਕ ਜੁਗਨੂ ਤੇ ਕਿਥੇ ਇੱਕ ਸੂਰਜ, ਕੋਈ ਮੇਲ ਨਹੀਂ ਹੈ ਸਤਿਗੁਰ ਜੀ। ਜੁਗਨੂ ਸਾਧ ਸੰਗਤ ਜੀ ਨਿੱਕਾ ਜਿਹਾ ਇੱਕ ਮੱਛਰ ਜੀ ਦੇ ਨਿਆਈ ਜਗਦਾ ਹੁੰਦਾ ਹੈ, ਤੇ ਭਾਈ ਗੁਰਦਾਸ ਜੀ ਕਹਿੰਦੇ ਹਨ, ਮਹਾਰਾਜ ਜੀ ਕਿੱਥੇ ਜੁਗਨੂ ਤੇ ਕਿੱਥੇ ਸੂਰਜ ਹੈ। ਕਿਮ ਸਮਤਾ ਹੋਏ ਤੁਛ ਕੀਟ ਮੈਂ, ਕਿੱਦਾਂ ਇਸ ਕੀੜੇ ਦੇ ਵਿੱਚ ਮਹਾਰਾਜ ਜੀ ਤੁਛ ਜੇ ਦੇ ਵਿੱਚ ਸਮਤਾ ਹੋ ਸਕਦੀ ਹੈ। ਆਪ ਮਹਿਦ ਤੇ ਮਹਿਦ ਪ੍ਰਕਾਸ਼, ਮਹਾਰਾਜ ਜੀ ਆਪ ਤਾਂ ਪ੍ਰਕਾਸ਼ਾਂ ਦੇ ਵੀ ਪ੍ਰਕਾਸ਼ ਹੋ। ਸੂਰਜ ਵੀ ਆਪ ਜੀਆਂ ਤੋਂ ਪ੍ਰਕਾਸ਼ ਲੈ ਕੇ ਰੌਸ਼ਨ ਹੋ ਰਿਹਾ ਹੈ। ਰਾਤ ਨੂੰ ਚੰਦਰਮਾ ਆਪ ਤੋਂ ਕਿਰਨਾਂ ਲੈ ਕੇ ਸਾਧ ਸੰਗਤ ਜੀ ਠੰਡਕਾ ਦਿੰਦਾ ਹੈ। ਹਵਾ ਪਾਣੀ ਸਭ ਆਪ ਜੀਆਂ ਦੀ ਆਗਿਆ ਮੰਨਦੇ ਹਨ। ਹਜੂਰ ਆਪ ਤਾਂ ਪ੍ਰਕਾਸ਼ਾਂ ਦੇ ਵੀ ਪ੍ਰਕਾਸ਼ ਹੋ। ਤੀਨ ਬੇਰ ਫਰਮਾਇਓ ਸਤਿਗੁਰ, 3 ਵਾਰੀ ਜਦੋਂ ਸਤਿਗੁਰ ਜੀਆਂ ਨੇ ਭਾਈ ਗੁਰਦਾਸ ਜੀਆਂ ਦੀ ਨਿਮਰਤਾ ਜਾਣ ਕੇ ਕਿਹਾ, ਭਾਈ ਗੁਰਦਾਸ ਜੀ ਤੁਸੀਂ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਲਿਖ ਦੇਵੋ। ਬਿਨੈ ਸਹਿਤ ਭਾਈ ਕਰ ਬੰਦ, ਉਸ ਸਮੇਂ ਬੜੀ ਨਿਮਰਤਾ ਨਾਲ ਭਾਈ ਗੁਰਦਾਸ ਜੀ ਹੱਥ ਜੋੜ ਜੋੜ ਕੇ ਸਤਿਗੁਰ ਜੀਆਂ ਨੂੰ ਬੇਨਤੀ ਕਰਦੇ ਹਨ। ਅਲਪ ਆਪ ਕੋ ਲਖ ਕਰ ਉਰ ਮਹਿ, ਆਪਣੇ ਆਪ ਨੂੰ ਆਪਣੇ ਹਿਰਦੇ ਦੇ ਵਿੱਚ ਭਾਈ ਗੁਰਦਾਸ ਜੀਆਂ ਦੇ ਨਿਮਰਤਾ ਹੈ, ਛੋਟਾਪਨ ਹੈ ਹਿਰਦੇ ਦੇ ਵਿੱਚ, ਭਾਵ ਇੰਨੀ ਵਿਸ਼ਾਲ ਨਿਮਰਤਾ ਹੈ। ਨਹਿ ਸਮਤਾ ਚਾਹਤ ਜਗ ਬੰਦ, ਕਹਿੰਦੇ ਹਨ ਨਹੀਂ ਸ਼ਮਤਾ। ਜਗਤ ਦੇ ਬੰਧੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤਾਂ ਚਾਹੁੰਦੇ ਹਨ, ਪਰ ਮੇਰੇ ਤੁਛ ਜੇ ਵਿੱਚ ਇੰਨੀ ਸ਼ਮਤਾ ਨਹੀਂ ਹੈ। ਅਤ ਪ੍ਰਸੰਨ ਹੋਏ ਬਰ ਗੁਰ ਦੀਨੋ, ਉਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਅਤ ਕਰਕੇ ਪ੍ਰਸੰਨ ਹੋਏ ਨੇ, ਖੁਸ਼ੇ ਬਖਸ਼ੇ ਨੇ ਭਾਈ ਗੁਰਦਾਸ ਜੀਆਂ ਨੂੰ। ਤੁਵ ਬਾਣੀ ਫਲ ਹੋਏ ਬਿਲੰਦ। ਭਾਈ ਗੁਰਦਾਸ ਜੀ, ਜੋ ਤੁਹਾਡੀ ਬਾਣੀ ਹੋਵੇਗੀ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਤਿਆਦਿਕ ਬ੍ਰਹਮ ਗਿਆਨੀ ਆਪ ਨਿਰੰਕਾਰ। ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਗੁਰਦਾਸ ਜੀਆਂ ਨੇ ਫਿਰ ਬੜੀ ਨਿਮਰਤਾ ਦੇ ਨਾਲ ਜਿਸ ਤਰ੍ਹਾਂ ਬਾਣੀ ਫਿਰ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਕੀਤੀ, ਪਰ ਫਿਰ ਸਤਿਗੁਰ ਜੀਆਂ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਭਾਈ ਗੁਰਦਾਸ, ਜੋ ਤੇਰੀ ਬਾਣੀ ਹੈ ਇਹ ਸਤਿਗੁਰ ਜੀਆਂ ਨੇ ਵਰ ਦਿੱਤੇ ਹਨ, ਇਹ ਕੁੰਜੀ ਹੋਵੇਗੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਤਾਲਾ। ਜਿਸ ਤਰ੍ਹਾਂ ਕੁੰਜੀ ਦੇ ਨਾਲ ਸਾਧ ਸੰਗਤ ਜੀ ਤਾਲਾ ਖੁੱਲਦਾ ਹੈ, ਇਸ ਤਰ੍ਹਾਂ ਧੰਨ ਭਾਈ ਗੁਰਦਾਸ ਜੀਆਂ ਦੀ ਬਾਣੀ ਪੜ੍ਹਿਆ ਬੇਅੰਤ ਸਾਧ ਸੰਗਤ ਜੀ, ਜਿਹੜੀ ਪਿੱਛੇ ਗੁਰੂ ਕੇ ਸਿੱਖਾਂ ਨੇ ਨਾਵੇਂ ਪਾਤਸ਼ਾਹ ਜੀਆਂ ਦੀ ਬਾਣੀ ਦੀ ਕਥਾ ਸ਼ਰਵਣ ਕੀਤੀ ਹੈ, ਉਸ ਵਿੱਚ ਗਨਕਾ ਦਾ ਜ਼ਿਕਰ ਆਉਂਦਾ ਹੈ, ਅਜਾਮਲ ਦਾ ਜ਼ਿਕਰ ਆਉਂਦਾ ਹੈ, ਅਜਾਮਲ ਪਾਪੀ ਜਗ ਜਾਣੇ। ਇਹ ਸਭ ਦੀ ਬਾਬਤ ਧੰਨ ਭਾਈ ਗੁਰਦਾਸ ਜੀਆਂ ਨੇ ਬੜੇ ਵਿਸਥਾਰ ਦੇ ਨਾਲ ਲਿਖਿਆ ਹੈ। ਜਿਸ ਤਰ੍ਹਾਂ ਕੁੰਜੀ ਤਾਲੇ ਨੂੰ ਖੋਲਦੀ ਹੈ, ਇਸ ਤਰ੍ਹਾਂ ਹਜੂਰ ਨੇ ਬੇਅੰਤ ਵਰ ਧੰਨ ਭਾਈ ਗੁਰਦਾਸ ਜੀਆਂ ਨੂੰ ਬਖਸ਼ੇ ਹਨ। ਪੜਤ ਸੁਨਤ ਗੁਰ ਸਿੱਖੀ ਪ੍ਰਾਪਤ। ਹਜੂਰ ਨੇ ਕਿਹਾ ਹੈ, ਜੋ ਵੀ ਤੁਹਾਡੀ ਬਾਣੀ ਪੜ੍ਹੇਗਾ ਸੁਣੇਗਾ, ਉਸ ਨੂੰ ਗੁਰਸਿੱਖੀ ਦੀ ਮਹਾਨ ਦਾਤ ਪ੍ਰਾਪਤ ਹੋਵੇਗੀ। ਸ਼ਰਧਾ ਸਤਿਗੁਰ ਬੱਧ ਹੈ ਮੁਕੰਦ। ਤੇ ਸਤਿਗੁਰ ਜੀਆਂ ਦੇ ਚਰਨਾਂ ਦੇ ਵਿੱਚ ਸਰਧਾ ਬਣ ਆਵੇਗੀ ਉਹਨਾਂ ਦੀ, ਤੇ ਅੰਤ ਨੂੰ ਮੁਕਤੀ ਨੂੰ ਪ੍ਰਾਪਤ ਹੋਣਗੇ। ਦੋਹਰਾ ਹਾਥ ਜੋਰ ਚਰਨੀ ਪਰਿਓ। ਉਸ ਸਮੇਂ ਧੰਨ ਭਾਈ ਗੁਰਦਾਸ ਜੀ ਸਤਿਗੁਰ ਜੀਆਂ ਤੋਂ ਵਰ ਪ੍ਰਾਪਤ ਕਰਕੇ ਹੱਥ ਜੁੜ ਗਏ ਨੇ, ਅਦਬ ਸਹਿਤ ਹਜੂਰ ਦੇ ਚਰਨਾਂ ਤੇ ਡੰਡੌਤ ਕੀਤਾ ਹੈ। ਤਬ ਭਾਈ ਗੁਰਦਾਸ। ਉਸ ਸਮੇਂ ਭਾਈ ਗੁਰਦਾਸ ਜੀ ਸਤਿਗੁਰ ਜੀਆਂ ਦੇ ਚਰਨਾਂ ਤੋਂ ਉੱਠੀ ਨਹੀਂ ਰਹੇ। ਪਰ ਬਾਣੀ ਕੋ ਗੁਰ ਦਇਓ। ਉਸ ਸਮੇਂ ਭਾਈ ਗੁਰਦਾਸ ਜੀਆਂ ਦੀ ਬਾਣੀ ਨੂੰ ਸਤਿਗੁਰ ਜੀਆਂ ਨੇ ਵਰ ਤੇ ਖੁਸ਼ੇ ਬਖਸ਼ੇ ਹਨ। ਅਨੰਦ ਬਿਲੰਦ ਪ੍ਰਕਾਸ਼। ਆਨੰਦ ਬੁਲੰਦ ਪ੍ਰਕਾਸ਼ ਐਨੇ ਸਤਿਗੁਰ ਜੀਆਂ ਨੇ ਵਰ ਦਿੱਤੇ ਨੇ ਕਿ ਤੁਹਾਡੀ ਬਾਣੀ ਪੜਨ ਨਾਲ ਆਨੰਦ ਹੋਵੇਗਾ, ਸਿੱਖੀ ਦੀ ਦਾਤ ਪ੍ਰਾਪਤ ਹੋਵੇਗੀ, ਸ਼ਰਧਾ ਬਣ ਆਵੇਗੀ ਸਤਿਗੁਰ ਜੀਆਂ ਤੇ ਅੰਤ ਨੂੰ ਮੁਕਤੀ ਪ੍ਰਾਪਤ ਕਰੇਗਾ ਜੋ ਗੁਰਸਿੱਖ ਤੁਹਾਡੀ ਬਾਣੀ ਪੜ੍ਹੇਗਾ। ਦੋਹਰਾ ਭਗਤ ਬਿਰਾਜਤ ਨਿਕਟ ਗੁਰ। ਇਸੇ ਤਰ੍ਹਾਂ ਸਮਾਂ ਬੀਤਿਆ ਹੈ। ਉਹ ਰਾਮਸਰ ਵਾਲੇ ਸਥਾਨ ਤੇ ਕਵੀ ਜੀ ਕਹਿੰਦੇ ਹਨ 15 ਭਗਤ ਹਨ ਜੋ ਸਤਿਗੁਰ ਜੀਆਂ ਦੇ ਨਿਕਟ ਉਹ ਵੀ ਸੱਜੇ ਹਨ। ਦਰਸ਼ਨ ਤੇ ਸੁਖ ਪਾਏ। ਸਤਿਗੁਰ ਜੀਆਂ ਦੇ ਦਰਸ਼ਨ ਕਰ ਕਰਕੇ ਉਹਨਾਂ ਨੂੰ ਵੀ ਭਾਰੀ ਸੁਖ ਪ੍ਰਾਪਤ ਹੋ ਰਿਹਾ ਹੈ। ਮਨੋ ਸ਼ਾਂਤ ਚਿਤ ਸ਼ਿਵ ਥਿਰਿਓ। ਕਹਿੰਦੇ ਹਨ ਕਵੀ ਜੀ ਅਲੰਕਾਰ ਬੰਨਦੇ ਹੋਏ, ਮਾਨੋ ਕਿ ਬੜੀ ਸ਼ਾਂਤੀ ਦੇ ਸਹਿਤ ਜੋ ਸ਼ਿਵ ਜੀ ਹੈ। ਬੀਚ ਮੁਨਨ ਸਮੁਦਾਇ। ਜਿਵੇਂ ਉਹ ਰਿਸ਼ੀਆਂ ਮੁਨੀਆਂ ਵਿੱਚ ਸਮਾਧੀ ਲਾ ਕੇ ਬੈਠਾ ਹੋਵੇ, ਸਤਿਗੁਰ ਜੀਆਂ ਦਾ ਐਸਾ ਪ੍ਰਤਾਪ ਜਗਮਗਾ ਰਿਹਾ ਹੈ। ਸਵਈਆ ਛੰਦ ਮਨੋ ਗਿਆਨ ਨਿਜ ਤਨ ਧਰ ਬੈਠਿਓ। ਕਹਿੰਦੇ ਹਨ ਕਵੀ ਜੀ, ਮਾਨੋ ਕਿ ਗਿਆਨ ਨੇ ਹੀ ਤਨ ਧਾਰਨ ਕਰਕੇ ਇਹ ਰਾਮਸਰ ਵਾਲੇ ਸਥਾਨ ਤੇ ਚੌਂਕੜਾ ਲਾ ਲਿਆ ਹੋਵੇ। ਸਤਿਗੁਣ ਨਿਕਟ ਭਗਤ ਇਸ ਭਾਏ। ਜਿਹੜੇ ਸ੍ਰੇਸ਼ਟ ਗੁਣ ਨੇ ਸ਼ਰਧਾ, ਸਮਾਧੀ, ਇਸ ਤਰ੍ਹਾਂ ਦਇਆ, ਉਹ ਸਾਰੇ ਸ੍ਰੇਸ਼ਟ ਗੁਣ ਭਗਤ ਜਨ ਹਨ ਜਾਂ ਸਤਿਗੁਰ ਜੀਆਂ ਦੀਆਂ ਸੰਗਤਾਂ। ਜਿਵੇਂ ਗਿਆਨ ਦੇ ਲਾਗੇ ਸਾਰੇ ਹੀ ਗੁਣ ਆ ਕੇ ਬੈਠ ਗਏ ਹੋਣ, ਇਸ ਤਰ੍ਹਾਂ ਦੀ ਸ਼ੋਭਾ ਬਣ ਰਹੀ ਹੈ। ਸ਼੍ਰੀ ਅਰਜਨ ਦਰਸ਼ਨ ਜਨ ਅੰਮ੍ਰਿਤ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਅੰਮ੍ਰਿਤ ਵਰਗੇ ਹਨ। ਹਾਂਜੀ, ਪੁੱਟਨ ਬਿਲੋਚਨ ਪੀਵਤ ਜਾਏ। ਜਿਹੜੇ ਵੀ ਸਤਿਗੁਰ ਜੀਆਂ ਦੇ ਦਰਸ਼ਨ ਕਰਦੇ ਨੇ, ਨੇਤਰਾਂ ਦੇ ਨਾਲ ਜਿਵੇਂ ਦੋਨੇ ਨੇਤਰਾਂ ਦੇ ਭਰ ਕੇ ਅੱਖਾਂ ਰਾਹੀਂ ਪੀ ਤ੍ਰਿਪਤ ਹੋ ਰਹੇ ਨੇ, ਇਸੇ ਤਰ੍ਹਾਂ ਗੁਰਸਿੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਜਦੋਂ ਦਰਸ਼ਨ ਕਰਦੇ ਹਨ, ਉਹਨਾਂ ਦੀ ਭੁੱਖ ਨੇਤਰਾਂ ਨਾਲ ਹੀ ਦਰਸ਼ਨ ਕਰਕੇ ਮਿਟਦੀ ਹੈ। ਇਸ ਤਰ੍ਹਾਂ ਦੇ ਮਹਾਨ ਸਤਿਗੁਰ ਜੀਆਂ ਦੇ ਗੁਰਸਿੱਖ ਹਨ। ਨਹਿ ਤ੍ਰਿਪਤ ਹੈ
ਨਿਤ ਕਰ ਢਿੱਗ ਬੈਠੇ ਹੈ। ਦਰਸ਼ਨ ਕਰ ਕਰਕੇ ਰੱਜ ਨਹੀਂ ਆ ਰਿਹਾ। ਮਹਾਰਾਜ ਜੀ ਐਸੀ ਦਰਸ਼ਨਾਂ ਦੀ ਖਿੱਚ ਲੱਗ ਗਈ ਹੈ। ਸੁਨਹਿ ਬਚਨ ਤਯੋ ਤਯੋ ਹਰਿ ਖਾਏ। ਜਿਵੇਂ ਜਿਵੇਂ ਸਤਿਗੁਰ ਜੀ ਬਾਣੀ ਉਚਾਰਨ ਕਰਦੇ ਨੇ ਉਵੇਂ ਉਵੇਂ ਮਨ ਦੇ ਵਿੱਚ ਹਰਖ ਬਾਲਾ ਹੀ ਖੇੜਾ ਗੁਰਸਿੱਖਾਂ ਦੇ ਤੇ ਭਗਤਾਂ ਦੇ ਆਉਂਦਾ ਹੈ। ਮਹਾ ਸੁਸ਼ੀਲ ਪ੍ਰੇਮ ਭਰਪੂਰਨ। ਜਿਹੜੇ ਮਹਾਨ ਸੁਸ਼ੀਲ ਹਨ ਤੇ ਪ੍ਰੇਮ ਦੀ ਭਾਵਨਾ ਨੂੰ ਪੂਰੇ ਸਤਿਗੁਰ ਜੀ ਜਾਣਦੇ ਹਨ। ਪ੍ਰਭ ਸਿਮਰਨ ਉਪਦੇਸ਼ ਬਤਾਏ। ਤੇ ਸਤਿਗੁਰ ਜੀ ਸਦਾ ਹੀ ਗੁਰਸਿੱਖਾਂ ਨੂੰ ਪ੍ਰਭੂ ਦੇ ਸਿਮਰਨ ਦਾ ਉਪਦੇਸ਼ ਦਿੰਦੇ ਨੇ। ਗੁਰਸਿੱਖਾ ਨਾਮ ਜਪਿਆ ਕਰ, ਨਾਮ ਹੀ ਤੈਨੂੰ ਸੰਸਾਰ ਤੋਂ ਪਾਰ ਉਤਾਰਾ ਕਰੇਗਾ। ਲਖਿਓ ਸਮਾਂ ਤਬ ਬਿਦਾ ਭਗਤ ਹੋਏ। ਇਸ ਤਰ੍ਹਾਂ ਸਮਾਂ ਪਾ ਕੇ ਜੋ ਭਗਤ ਜਨ ਹਨ ਉਹ ਫਿਰ ਵਿਦਾ ਹੋਏ ਨੇ ਉਥੋਂ। ਧੰਨ ਭਗਤ ਕਬੀਰ ਜੀ, ਧੰਨ ਧੰਨ ਭਗਤ ਫਰੀਦ ਜੀ, ਇਹਨਾਂ ਨੇ ਆਪਣੀ ਬਾਣੀ ਲਿਖਵਾਈ ਹੈ ਸਤਿਗੁਰ ਜੀਆਂ ਪਾਸੋਂ। ਇਸ ਤੋਂ ਉਪਰੰਤ ਸਾਧ ਸੰਗਤ ਜੀ ਜੋ ਭੱਟਾਂ ਦੇ ਸਵਈਏ ਆਉਂਦੇ ਨੇ, ਇਹ ਜੋ ਭੱਟ ਹਨ ਇੱਕ ਸਾਧ ਸੰਗਤ ਜੀ ਸੰਪਰਤਾ ਦੇ ਵਿੱਚ ਤੇ ਕਵੀ ਜੀਆਂ ਨੇ ਜਿਸ ਤਰ੍ਹਾਂ ਥਾਨਕਾ ਲਿਖੀ ਹੈ, ਇੱਕ ਚਾਰ ਜੋ ਬ੍ਰਹਮਾ ਜੀ ਹਨ ਤੇ ਇਹਨਾਂ ਦੇ ਚਾਰ ਜੋ ਵੇਦ ਰਚੇ ਹਨ, ਰਿਗ ਵੇਦ, ਅਥਰਵਣ, ਸਿਆਮ ਤੇ ਯੁਜਰ ਵੇਦ। ਇਹ ਸਾਧ ਸੰਗਤ ਜੀ ਬ੍ਰਹਮੇ ਨੂੰ ਮਨ ਵਿੱਚ ਜਿਸ ਸਮੇਂ ਹੰਕਾਰ ਹੋ ਗਿਆ ਕਿ ਇਹ ਸਾਰਾ ਸੰਸਾਰ ਮੇਰੇ ਤੇ ਮੇਰੇ ਰਚੇ ਦੁਆਰਾ ਵੇਦਾਂ ਤੇ ਹੀ ਚੱਲ ਰਿਹਾ ਹੈ, ਉਹਨਾਂ ਦਾ ਗਿਆਨ ਪਾ ਕੇ ਉਸ ਸਮੇਂ ਸਾਧ ਸੰਗਤ ਜੀ ਆਕਾਸ਼ਬਾਣੀ ਹੋਈ ਸੀ। ਇਤਿਆਦਿਕ ਬੇਅੰਤ ਇਹਨਾਂ ਦੇ ਵੀ ਪ੍ਰਸੰਗ ਆਉਂਦੇ ਨੇ। ਦਸਵੇਂ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਲਿਖਦੇ ਨੇ, ਸੰਖਾ ਸੁਰ ਮਾਰੇ ਵੇਦ ਉਦਾਰੇ। ਇਸ ਤਰ੍ਹਾਂ ਜਿਵੇਂ ਜਿਸ ਸੰਖ ਦੇ ਵਿੱਚੋਂ ਇਹਨਾਂ ਵੇਦਾਂ ਦੀ ਧੁਨੀਆਂ ਨਿਕਲੀਆਂ ਨੇ, ਉਹਨਾਂ ਧੁਨੀਆਂ ਤੋਂ ਫਿਰ ਵੇਦ ਲਿਖੇ ਗਏ ਨੇ। ਉਹ ਦੈਂਤ ਚੱਕ ਕੇ ਲੈ ਜਾਂਦਾ ਹੈ, ਫਿਰ ਸੰਖਾਸੁਰ ਨੂੰ ਮਾਰ ਕੇ ਇਹ ਵੇਦ ਬ੍ਰਹਮਾ ਲਿਖਦਾ ਹੈ। ਪਰ ਹੰਕਾਰ ਹੋਣ ਤੇ ਇਹਨੂੰ ਕਿ ਮੇਰੇ ਤੋਂ ਹੀ ਸਾਰਾ ਸੰਸਾਰ ਚੱਲ ਰਿਹਾ ਹੈ। ਉਸ ਸਮੇਂ ਆਕਾਸ਼ਬਾਣੀ ਹੋਈ, ਬ੍ਰਹਮਾ ਤੂੰ ਵੀ ਸੰਸਾਰ ਤੇ ਹੁਣ ਜਾਵੇਂਗਾ। ਇਹ ਅਲਪੱਗ ਜੀਆਂ ਦੀ ਨਿਆਈ, ਤੇਰੀ ਸਰਬਗਤਾ ਖਤਮ ਹੋ ਜਾਵੇਗੀ, ਮੋਹ ਵਿੱਚ ਫਸੇਗਾ, ਸਭ ਕੁਝ ਹੋਵੇਗਾ, ਸੰਸਾਰੀ ਜੀਵਨ ਜੀਵੇਂਗਾ। ਪਰ ਫਿਰ ਜਦੋਂ ਬ੍ਰਹਮਾ ਨੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ ਜੀ ਮੇਰੀ ਗਤੀ ਕਿਵੇਂ ਹੋਵੇਗੀ, ਉਸ ਸਮੇਂ ਫੁਰਨਾ ਆਕਾਸ਼ਬਾਣੀ ਵਿੱਚ ਹੋਇਆ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ, ਅਸੀਂ ਆਪ ਸੰਸਾਰ ਦੇ ਵਿੱਚ ਜਾਵਾਂਗੇ। ਜਦੋਂ ਸਾਡੀ ਪੰਜਵੀਂ ਜੋਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਾਣੀ ਲਿਖਵਾ ਰਹੇ ਹੋਣਗੇ ਰਾਮਸਰ ਵਾਲੇ ਅਸਥਾਨ ਤੇ, ਉਦੋਂ ਤੁਹਾਨੂੰ ਫਿਰ ਸਾਡੇ ਦਰਸ਼ਨ ਹੋਣਗੇ। ਸਾਡੇ ਦਰਸ਼ਨ ਕਰਕੇ ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ। ਇਸੇ ਕਰਕੇ ਫਿਰ ਭੱਟ ਮਥੁਰਾ ਜੀ ਲਿਖਦੇ ਹਨ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ। ਹਜੂਰ ਜਦੋਂ ਮੱਥੇ ਦੇ ਸ੍ਰੇਸ਼ਟ ਭਾਗ ਨਹੀਂ ਜਾਗੇ, ਸੰਸਾਰ ਦੇ ਵਿੱਚ ਅਸੀਂ ਬੜਾ ਫਿਰੇ ਹਾਂ। ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਇਹ ਕਲਯੁਗ ਦੇ ਘੋਰ ਸਮੁੰਦਰ ਦੇ ਵਿੱਚ ਸਤਿਗੁਰ ਜੀ ਅਸੀਂ ਡੁੱਬਦੇ ਜਾ ਰਹੇ ਸਾਂ। ਸਾਨੂੰ ਐਂ ਲੱਗਦਾ ਸੀ ਕਦੇ ਬਚ ਨਹੀਂ ਸਕਾਂਗੇ, ਮਨ ਵਿੱਚ ਪਛਤਾਵਾ ਸੀ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇਹ ਭੱਟ ਮਥੁਰਾ ਜੀਆਂ ਨੇ ਚਾਰਨ ਕੀਤਾ ਹੈ ਕਿ ਤਤ ਦੀ ਗੱਲ ਤੁਹਾਨੂੰ ਸੰਸਾਰ ਦੇ ਜੀਵੋ ਦੱਸਦੇ ਹਾਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਗ ਦੇ ਕਲਿਆਣ ਦੇ ਵਾਸਤੇ ਆਪਣਾ ਅਵਤਾਰ ਧਾਰਨ ਕੀਤਾ ਹੈ, ਅਥਵਾ ਜਗ ਦੇ ਕਲਿਆਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਰਚੀ ਹੈ। ਜਿਹੜੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਜਾਪ ਕਰਦੇ ਨੇ ਅਥਵਾ ਹਜੂਰ ਦੁਆਰਾ ਰਚੀ ਹੋਈ ਗੁਰਬਾਣੀ ਦਾ ਜਾਪ ਕਰਨਗੇ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਫਿਰ ਸੰਸਾਰ ਦੇ ਵਿੱਚ ਮੁੜ ਮੁੜ ਕੇ ਨਹੀਂ ਆਉਣਗੇ, ਉਹਨਾਂ ਦਾ ਪਾਰ ਉਤਾਰਾ ਹੋ ਜਾਵੇਗਾ।
ਭੰਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿਤ ਸਨਮੁਖ ਰਹੋ। ਭੱਟ ਮਥੁਰਾ ਜੀ ਕਹਿੰਦੇ ਨੇ ਸਦਾ ਥਿਰ ਰਹਿਣ ਵਾਲੀ ਮੂਰਤ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਹਜੂਰ ਦੀ ਬਾਣੀ। ਸਦਾ ਚਿੱਤ ਲਾ ਕੇ ਬਾਣੀ ਦੇ ਸਨਮੁਖ ਹੋ ਕੇ ਬਾਣੀ ਪੜਿਆ ਕਰੋ। ਕਹਿੰਦੇ ਹਨ ਲਾਏ ਚਿੱਤ ਸਨਮੁਖ ਰਹੋ। ਕਲ ਯੁਗ ਜਹਾਜ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰਹੁ। ਕਲ ਯੁਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਹੈ, ਇਹ ਜਹਾਜ ਦੀ ਨਿਆਈ ਹੈ। ਜਗਤ ਦੇ ਲੋਕੋ ਲਗ ਬੇਤਰਹੁ। ਇਸ ਬਾਣੀ ਨੂੰ ਪੜਨ ਸੁਣ ਮਾਤਰ ਸੇ ਇਹ ਸੰਸਾਰ ਤੋਂ ਪਾਰ ਹੋ ਜਾਵੋਗੇ। ਇਹ ਸਾਧ ਸੰਗਤ ਜੀ ਜਿਹੜੇ ਬ੍ਰਹਮਾ ਦੇ 4 ਵੇਦ ਸਨ, ਇਹ ਚਾਰਾਂ ਵੇਦਾਂ ਤੋਂ ਜਿਵੇਂ ਰਿਗ ਵੇਦ ਤੋਂ ਅੱਗੇ 4 ਭੱਟ ਨਿਕਲੇ ਨੇ, ਕੱਲੇ ਕੱਲੇ ਵੇਦ ਤੋਂ 4 ਭੱਟ ਬਣੇ ਸੀ। ਇਹ ਫਿਰ 16 ਗਿਣਤੀ ਹੋ ਗਈ ਇਹਨਾਂ ਦੀ। ਇੱਕ ਜੋ ਪਿਖਾ ਭੱਟ ਹੈ ਇਹ ਬ੍ਰਹਮਾ ਜੀ ਆਪ ਸਨ। ਇਹ 17 ਭੱਟ ਹਨ ਜਿਨ੍ਹਾਂ ਨੇ 122 ਮਹਾਰਾਜ ਜੀਆਂ ਦੇ ਸਾਧ ਸੰਗਤ ਜੀ ਸਵਈਏ ਗਾਇਨ ਕੀਤੇ ਨੇ, ਜਿੱਦਾਂ ਭੱਟ ਉਸਤਤ ਕਰਦੇ ਨੇ। ਇਸ ਤਰ੍ਹਾਂ ਕਵੀ ਜੀ ਇਹਨਾਂ ਦੀ ਹੁਣ ਇੱਥੇ ਗਿਣਤੀ ਵੀ ਦੱਸਦੇ ਨੇ, ਕਿਉਂਕਿ ਕੁਝ ਜਿਸ ਤਰ੍ਹਾਂ ਦੱਸਦੇ ਨੇ ਕਿ ਇਹਨਾਂ ਵੇਦਾਂ ਦੀ ਗਿਣਤੀ 11 ਹੈ, ਪਰ ਸੰਪਰਦਾ ਦੇ ਵਿੱਚ ਇਤਿਆਦਿਕ 17 ਗਿਣਤੀ ਦੱਸੀ ਜਾਂਦੀ ਹੈ। ਕਵੀ ਜੀ ਹੁਣ ਉਹਨਾਂ ਦੇ ਜਿਸ ਤਰ੍ਹਾਂ ਨਾਮ ਗੁਨਾਉਂਦੇ ਹਨ। ਇੱਕ ਇੱਕ ਵੇਦ ਚਤੁਰ ਬਪ ਧਾਰੇ, ਕੱਲੇ ਕੱਲੇ ਵੇਦ ਨੇ 4 ਆਪਣੇ ਸਰੂਪ ਦੇਹਾਂ ਧਾਰਨ ਕੀਤੀਆਂ ਨੇ। ਪ੍ਰਗਟ ਨਾਮ ਤਿਹ ਕਹੋ ਅਸੰਸ। ਕਵੀ ਜੀ ਕਹਿੰਦੇ ਹਨ ਉਹਨਾਂ ਦੇ ਜੋ ਨਾਮ ਪ੍ਰਗਟ ਹਨ ਸੰਸਾਰ ਦੇ ਵਿੱਚ, ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਪੂਰਨ ਸ਼ਿਆਮ ਵੇਦ ਕੇ ਇਹ ਭੇ। ਕਹਿੰਦੇ ਹਨ ਜਿਹੜਾ ਸ਼ਿਆਮ ਵੇਦ ਹੈ, ਇਹਨਾਂ ਦੇ ਜੋ 4 ਜਿਨ੍ਹਾਂ ਨੇ ਦੇਹ ਧਾਰਨ ਕੀਤੀਆਂ ਹਨ, ਉਹਨਾਂ ਦੇ ਨਾਮ ਸੁਣੋ। ਮਥੁਰਾ ਜਾਲਪ ਬਲ ਹਰਬੰਸ। ਭੱਟ ਮਥੁਰਾ ਜੀ, ਜਾਲਪ ਜੀ ਤੇ ਫਿਰ ਸਾਧ ਸੰਗਤ ਜੀ, ਬਲ ਭੱਟ ਜੀ ਤੇ ਹਰਬੰਸ ਜੀ। ਇਹ 4 ਹਨ ਵੇਦ, ਸ਼ਿਆਮ ਵੇਦ, ਜਿਨ੍ਹਾਂ ਨੇ ਇਹ ਦੇਹਾਂ ਧਰੀਆਂ ਨੇ। ਪੁਨ ਰਗ ਵੇਦ ਕੱਲਿਆ ਜਲ ਨਲ ਤ੍ਰੈ। ਫਿਰ ਕਹਿੰਦੇ ਹਨ ਜਿਹੜੇ ਰਿਗ ਵੇਦ ਹਨ, ਇਸ ਵੇਦ ਚੋਂ ਜਿਹੜੇ 4 ਭੱਟਾਂ ਨੇ ਦੇਹ ਧਾਰਨ ਕੀਤੀ ਹੈ, ਉਹ ਕਹਿੰਦੇ ਨੇ ਕਲ ਭੱਟ, ਜਲ ਭੱਟ ਤੇ ਨਲ ਭੱਟ। ਇਹ 3 ਤੇ ਚੌਥਾ। ਕਲਸਹਾਰ ਚੌਥੇ ਗਿਨ ਹੰਸ। ਤੇ ਕਲ ਸਹਾਰ ਇਹ ਚੌਥੇ ਹਨ ਜੋ ਇਹ ਰਿਗ ਵੇਦ ਚੋਂ ਜਿਨ੍ਹਾਂ ਨੇ ਆਪਣੀਆਂ 4 ਦੇਹਾਂ ਧਾਰਨ ਕੀਤੀਆਂ ਹਨ। ਪਏ ਜੁਜਰ ਕੇ ਟਲ ਸਲ ਪੁਨ ਜਲ। ਭੱਟ ਟਲ ਜੀ, ਸਲ ਜੀ, ਜਲ ਜੀ, ਇਹ ਯੁਜਰ ਵੇਦ ਦੇ ਜੋ ਸਾਧ ਸੰਗਤ ਜੀ 4 ਨੇ ਰੂਪ ਧਾਰਨ ਕੀਤੇ ਨੇ। ਇਹ ਕਵੀ ਜੀ ਕਹਿੰਦੇ ਨੇ ਟਲ ਸਲ ਤੇ ਜਲ ਚੌਥੇ ਦਾ ਨਾਮ ਦੱਸਦੇ ਹਨ। ਭਲ ਉਪਜੇ ਦਿਜ ਬੰਸ। ਇਹ ਜੋ ਭਲ ਜੀ ਹਨ, ਇਹ ਫਿਰ ਦਿਜ ਵੰਸ਼ ਬ੍ਰਾਹਮਣਾਂ ਦੀ ਵੰਸ਼ ਵਿੱਚ ਸਾਧ ਸੰਗਤ ਜੀ ਇਹ ਜੋ 16 ਵੇਦਾਂ ਨੇ ਅੱਗੇ ਦੇਹ ਧਾਰਨ ਕੀਤੀ ਸੀ, ਇਹ ਬ੍ਰਾਹਮਣਾਂ ਦੀ ਵੰਸ਼ ਵਿੱਚ ਇਹਨਾਂ ਦਾ ਅਵਤਾਰ ਹੋਇਆ ਹੈ। ਬਹੁਰ ਅਥਰਬਣ ਦਾਸ ਰੋਕੀਰਤ। ਇਥੋਂ ਤਿੱਕਰ 12 ਹੋਏ ਨੇ। ਫਿਰ ਜੋ ਚੌਥਾ ਵੇਦ ਅਥਰਬਣ ਵੇਦ ਹੈ, ਉਹਦੇ ਵਿੱਚ ਜਿਨ੍ਹਾਂ 4 ਨੇ ਆਪਣਾ ਦੇਹ ਧਾਰਨ ਕੀਤੀ ਹੈ, ਉਹਨਾਂ ਦਾ ਨਾਮ ਦੱਸਦੇ ਨੇ। ਇਨ ਗਯੰਦ ਸਦਰੰਗ ਸੋਚਾਰ। ਕਹਿੰਦੇ ਨੇ ਭੱਟ ਗੰਗਾ ਜੀ, ਦਾਸ ਜੀ ਤੇ ਕੀਰਤ ਜੀ ਤੇ ਗਿਆੰਦ ਜੀ। ਇਹ 4 ਸਾਧ ਸੰਗਤ ਜੀ ਇਹ ਅਥਰਬਣ ਵੇਦ ਵਿੱਚੋਂ ਜਿਨ੍ਹਾਂ ਨੇ ਆਪਣੀ ਦੇਹ ਧਾਰਨ ਕੀਤੀ ਹੈ। ਕਮਲਾਸਨ ਕੋ ਭਿੱਖਾ ਨਾਮ ਸੋ। ਕਮਲ ਆਸਣ, ਕਮਲ ਤੇ ਆਸਣ ਕਿਸ ਦਾ ਹੈ? ਬ੍ਰਹਮਾ ਦਾ। ਇਹ ਭਿਖੇ ਕੇ ਜੋ ਸਾਧ ਸੰਗਤ ਜੀ ਸ਼ਲੋਕ ਸਵਈਏ ਆਉਂਦੇ ਨੇ, ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਏ। ਫਿਰ ਬ੍ਰਹਮਾ ਜੀ ਜਿਸ ਤਰ੍ਹਾਂ ਕਹਿੰਦੇ ਹਨ ਕਿ ਜੋ ਗੁਰੂ ਘਰ ਦਾ ਗਿਆਨ ਹੈ, ਇਹ ਤਤਾਂ ਦੇ ਵਿੱਚ ਤਤ ਮਿਲਾ ਦਿੰਦਾ ਹੈ। ਇਹ ਬ੍ਰਹਮਾ ਜੀ ਜੋ ਭਿਖੇ ਕੇ ਹਨ, ਇਹ ਸਾਧ ਸੰਗਤ ਜੀ ਭੱਟ ਭਿਖਾ ਜੀ, ਇਹ ਆਪ ਬ੍ਰਹਮਾ ਜੀ ਹਨ। ਇਨ ਸਭ ਤੇ ਭਾ ਅਧਿਕ ਉਦਾਰ। ਇਹਨਾਂ ਸਭ ਤੋਂ ਸਾਧ ਸੰਗਤ ਜੀ ਕਵੀ ਜੀ ਕਹਿੰਦੇ ਹਨ ਇਹ ਨਾਮ ਸ੍ਰੇਸ਼ਟ ਕਰਕੇ ਸੁਨਾ ਕਰੋ। ਵਿਪਰ ਸਰੀਰ ਭਾਟ ਭਈ ਸੰਗਿਆ। ਇਹ ਸਾਧ ਸੰਗਤ ਜੀ ਇਹ ਬ੍ਰਹਮਾ ਜੀ ਹਨ ਜਿਹੜੇ ਸਭ ਦੇ ਅੱਗੇ ਮੋਹਰੀ ਹਨ, ਸ੍ਰੇਸ਼ਟ ਹਨ।
ਇਸ ਤਰ੍ਹਾਂ ਕਵੀ ਜੀਆਂ ਨੇ ਨਾਮ ਗਣਾਏ ਨੇ। ਫਿਰ ਕਲਯੁਗ ਦਾ ਸਮਾਂ ਸੀ ਭਾਰੀ, ਜਿਸ ਸਮੇਂ ਆਏ ਹਨ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ। ਜਿਸ ਸਮੇਂ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਹੋਏ, ਮਨ ਵਿੱਚ ਠੰਡ ਪੈ ਗਈ। ਹੋਰ ਬ੍ਰਹਮ ਗਿਆਨੀ ਗੁਰਸਿੱਖਾਂ ਦੇ ਦਰਸ਼ਨ ਕਰਦੇ ਨੇ, ਹੈਰਾਨ ਹੋਈ ਜਾਂਦੇ ਨੇ ਕਿ ਜਿਨ੍ਹਾਂ ਸਿੱਖਾਂ ਦੇ ਚਿਹਰੇ ਤੇ ਐਡਾ ਭਾਰੀ ਪ੍ਰਤਾਪ ਹੈ, ਉਹਨਾਂ ਸਤਿਗੁਰ ਜੀਆਂ ਦਾ ਕੈਸਾ ਦਰਸ਼ਨ ਹੋਵੇਗਾ। ਫਿਰ ਜਿਸ ਸਮੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਸੇ ਜਾਂਦੇ ਨੇ, ਉਸ ਸਮੇਂ ਸਾਧ ਸੰਗਤ ਜੀ ਹਜੂਰ ਇਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਦਰਸ਼ਨ ਦਿੰਦੇ ਨੇ। ਇਸੇ ਕਰਕੇ ਕਹਿੰਦੇ ਨੇ ਨਾ, ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ। ਭਾਵ ਇਹਨਾਂ ਨੂੰ ਸਭ ਕੁਝ ਦਿਖਿਆ ਸੀ। ਇੱਕ ਹੱਥ ਵਿੱਚ ਹਜੂਰ ਦੇ ਸੰਖ ਹੈ, ਚੱਕਰ ਹੈ, ਗਦਾ ਹੈ, ਪਦਮ ਹੈ ਮਹਾਰਾਜ ਜੀਆਂ ਦੇ। ਇਤਿਆਦਿਕ ਸਾਧ ਸੰਗਤ ਜੀ ਹਜੂਰ ਦੇ ਚਰਨਾਂ ਤੇ ਢਹਿ ਪਏ, ਮਹਾਰਾਜ ਜੀਆਂ ਦੀ ਬੇਅੰਤ ਉਸਤਤ ਕੀਤੀ ਹੈ। ਜਦੋਂ ਸਤਿਗੁਰ ਜੀਆਂ ਦੇ ਦਰਸ਼ਨ ਹੋਏ ਤਾਂ ਗਿਆਨ ਹੋ ਆਇਆ, ਅਸੀਂ ਮਨੁੱਖ ਨਹੀਂ ਹਾਂ, ਅਸੀਂ ਤਾਂ ਵੇਦਾਂ ਨੇ ਰੂਪ ਧਾਰਨ ਕੀਤੇ ਨੇ। ਉਸ ਸਮੇਂ ਸਤਿਗੁਰ ਜੀਆਂ ਦੇ ਪਾਸ ਜਿਸ ਤਰ੍ਹਾਂ ਆਏ ਨੇ, ਦੋਹਰਾ ਇਮ ਅਸ਼ਟਕ ਉਸਤਤ ਕਰੀ। ਇਸ ਤਰ੍ਹਾਂ ਜਦੋਂ ਇਹਨਾਂ ਨੇ ਸਤਿਗੁਰ ਜੀਆਂ ਦੀ ਬੇਅੰਤ ਪਹਿਲਾਂ ਆ ਕੇ ਉਸਤਤ ਕੀਤੀ ਹੈ, ਪਾਠ ਮਨ ਬਾਂਛਤ ਪਾਏ। ਫਿਰ ਜਦੋਂ ਪਠੀ ਹੈ ਸਤਿਗੁਰ ਜੀਆਂ ਦੀ ਬਾਣੀ, ਮਨ ਦੇ ਵਿੱਚ ਠੰਡ ਪੈ ਗਈ ਹੈ। ਦੀਨ ਹੋਏ ਪੁਨ ਸਕਲ ਹੀ। ਸਾਰੇ ਦੀਨ ਭਾਵ ਗਰੀਬ ਨਿਮਰਤਾ ਧਾਰ ਕੇ ਸਤਿਗੁਰ ਜੀਆਂ ਦੇ ਅੱਗੇ ਰਹੇ ਚਰਨ ਲਪਟਾਏ। ਸਤਿਗੁਰ ਜੀਆਂ ਦੇ ਚਰਨ ਨਹੀਂ ਛੱਡਦੇ, ਲਪਟ ਗਏ ਹਨ ਹਜੂਰ ਦੇ ਚਰਣਾ ਕਮਲਾਂ ਨਾਲ। ਸਵਈਆ ਛੰਦ ਸ਼੍ਰੀ ਅਰਜਨ ਤਬ ਨਿਜ ਸਰੂਪ ਕੋ। ਉਸ ਸਮੇਂ ਹਜੂਰ ਨੇ ਸਾਧ ਸੰਗਤ ਜੀ ਫਿਰ ਜੋ ਰੂਪ ਧਾਰਨ ਕੀਤਾ ਹੈ, ਉਹ ਸਤਿਗੁਰ ਜੀਆਂ ਨੇ ਸਭ ਹੀ ਦਿਜਨ ਦਿਖਾਵਨ ਕੀਨ। ਉਹ ਸਭ ਦਿਜਾਂ ਨੂੰ ਦਿਖਿਆ ਹੈ, ਭਾਵ ਸਭ ਬ੍ਰਾਹਮਣ ਇਹਨਾਂ ਭੱਟਾਂ ਨੂੰ 17 ਦੇ 17 ਨੂੰ ਸਤਿਗੁਰ ਜੀਆਂ ਨੇ ਆਪਣਾ ਸਰੂਪ ਦਿਖਾਇਆ ਹੈ। ਪੂਜਤ ਭਏ ਕੌਣ ਤੁਮ ਕਾਰਜ। ਹਜੂਰ ਨੇ ਫਿਰ ਪੁੱਛਿਆ ਹੈ, ਮਹਾਰਾਜ ਜੀ ਕਹਿੰਦੇ ਨੇ, ਭੱਟ ਜਨ ਤੁਸੀਂ ਕੌਣ ਹੋ? ਹਾਂਜੀ। ਔਰ ਬਾਂਛਤ ਲਿਹੋ ਜਾਚ ਪ੍ਰਬੀਨ। ਤੇ ਆਪਣੇ ਮਨ ਦੀ ਜੋ ਬਾਂਛਣਾ ਹੈ ਉਹ ਤੁਸੀਂ ਪਾਉਣਾ ਕਰੋ, ਸਾਨੂੰ ਦੱਸ ਕੇ। ਕਹਾਂ ਬਸਤ ਗਮਨੇ ਅਬ ਕਿਤ ਕੋ। ਕਿੱਥੋਂ ਆਏ ਹੋ, ਕਿੱਥੇ ਜਾ ਰਹੇ ਹੋ, ਸਾਨੂੰ ਦੱਸਣਾ ਕਰੋ। ਹਮ ਢਿੱਗ ਆਏ ਕਿਆ ਚਿਤ ਚੀਨ। ਸਾਡੇ ਪਾਸ ਆਏ ਹੋ, ਚਿੱਤ ਦੇ ਵਿੱਚ ਕੀ ਚਿਤਵਣੀ ਹੈ ਤੁਹਾਡੇ, ਦੱਸਣਾ ਕਰੋ। ਮੁਖੇ ਹੁਤੋ ਸਭ ਹਿਨ ਮਹਿ। ਜੋ ਸਭ ਦੇ ਵਿੱਚ ਮੁੱਖ ਹਨ, ਬ੍ਰਹਮਾ ਜੀਆਂ ਦਾ ਰੂਪ ਹਨ ਜੋ। ਭਿੱਖਾ ਬੋਲਿਓ ਬਾਕ ਹੋਏ ਕਰ ਦੀਨ। ਉਸ ਸਮੇਂ ਭੱਟ ਭਿੱਖਾ ਜੀ ਬੜੀ ਨਿਮਰਤਾ ਦੇ ਸਹਿਤ ਸਤਿਗੁਰ ਜੀਆਂ ਦੇ ਅੱਗੇ ਕਹਿਣ ਲੱਗਾ ਹੈ। ਭਿੱਖੇ ਵਾਚ। ਇਹ ਭਿੱਖੇ ਦੇ ਜੋ ਵਾਚ ਨੇ, ਇਹ ਸਾਧ ਸੰਗਤ ਜੀ ਜਿਸ ਸਮੇਂ ਆਪਾਂ ਸਵਈਏ ਮਹੱਲੇ ਤੀਜੇ ਕੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਸਵਈਏ ਪੜ੍ਹਦੇ ਹਾਂ, ਇਹੋ ਜੋ ਗੁਰਬਾਣੀ ਵਿੱਚ ਸਵਈਆ ਹੈ, ਇਹ ਭੱਟ ਭਿੱਖਾ ਜੀਆਂ ਦਾ ਕਵੀ ਜੀ ਇੱਥੇ ਲਿਖਦੇ ਨੇ। ਹੁਣ ਮਨ ਵਿੱਚ ਹੁੰਦਾ ਹੈ ਕਿ ਵੇਦ ਕਿਵੇਂ ਰੂਪ ਧਾਰਨ ਕਰਕੇ ਆ ਗਏ। ਇਹ ਜੋ ਹਿੰਦੂ ਮਤ ਦੇ ਵੀ ਪ੍ਰਾਤਨ ਗ੍ਰੰਥ ਹਨ, ਧੰਨ ਭਾਈ ਵੀਰ ਜੀ ਵਾਹਿਗੁਰੂ, ਧੰਨ ਭਾਈ ਵੀਰ ਸਿੰਘ ਜੀ, ਉਹ ਵੀ ਬੜਾ ਗਹਿਰਾ ਭਾਵ ਇਹਨਾਂ ਨੂੰ ਬੜੇ ਵਿਸਤਾਰ ਦੇ ਸਹਿਤ ਲਿਖਦੇ ਨੇ ਕਿ ਕਿਸ ਤਰ੍ਹਾਂ ਭੱਟ ਰੂਪ ਧਾਰਨ ਕਰਕੇ ਜਦੋਂ ਸ਼੍ਰੀ ਰਾਮਚੰਦਰ ਜੀ ਆਏ ਸੀ, ਉਹਨਾਂ ਦੀ ਉਸਤਤੀ ਕਰਨ ਆਉਂਦੇ ਨੇ। ਫਿਰ ਸ਼੍ਰੀ ਕ੍ਰਿਸ਼ਨ ਜੀਆਂ ਦੀ ਉਸਤਤੀ ਕਰਨ ਇਹ ਭੱਟ ਵੇਦ ਰੂਪ ਧਾਰਨ ਕਰਕੇ ਆਉਂਦੇ ਨੇ। ਅੱਜ ਹਜੂਰ ਆਪ ਨਾਰਾਇਣ ਕਲਾ ਧਾਰ ਸਤਿਗੁਰ ਜੀਆਂ ਦੇ ਬਾਬਤ ਤੇ ਭੱਟ ਬਚਨ ਕਹਿੰਦੇ ਨੇ ਕਿ ਅਸੀਂ ਜੋ ਦੇਖਿਆ ਹੈ ਕਿ ਆਪ ਨਾਰਾਇਣ ਕਾਲ ਪੁਰਖ ਵਾਹਿਗੁਰੂ ਜੀ ਹਨ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹ ਹੁਣ ਜਿੱਦਾਂ ਭਿੱਖਾ ਜੀ ਜੋ ਬ੍ਰਹਮਾ ਜੀਆਂ ਦਾ ਰੂਪ ਹਨ, ਇਹ ਸਵਈਏ ਮਹੱਲੇ ਤੀਜੇ ਕਿਆਂ ਵਿੱਚ ਜੋ ਬਾਣੀ ਦਰਜ ਹੈ, ਇਹ ਭਿੱਖਾ ਜੀਆਂ ਦੇ ਬਚਨ ਨੇ। ਭਿੱਖਾ ਜੀ ਕੀ ਕਹਿੰਦੇ ਨੇ ਜਦੋਂ ਸਤਿਗੁਰ ਜੀਆਂ ਨੇ ਪੁੱਛਿਆ ਸੀ, ਹੇ ਭੱਟ ਜਣੋ ਤੁਸੀਂ ਕਾਹਤੋਂ ਆਏ ਹੋ, ਕਿੱਥੇ ਚੱਲੇ ਹੋ, ਕੀ ਮਨ ਦੀ ਇੱਛਾ ਹੈ? ਉਸ ਸਮੇਂ ਭਿੱਖਾ ਜੀ ਕਹਿਣ ਲੱਗੇ ਹਨ, ਰਹਿਓ ਸੰਤ ਹੋ ਟੋਲ। ਕਹਿੰਦੇ ਹਨ, ਮਹਾਰਾਜ ਜੀ ਅਸੀਂ ਸੰਤ
ਭਾਵ ਕਿਸੇ ਸ੍ਰੇਸ਼ਟ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਦੀ ਖੋਜ ਕਰ ਰਹੇ ਸੀ। ਸਾਧ ਬਹੁ ਤੇਰੇ ਡਿਠੇ, ਸਾਧ ਬਹੁ ਤੇਰੇ ਡਿਠੇ, ਭਾਵ ਇਥੇ ਸਾਧ ਸਾਧੜਿਆਂ ਦਾ ਵਾਚਕ ਹੈ, ਜਿਨ੍ਹਾਂ ਨੇ ਭੇਖ ਧਾਰਨ ਕੀਤਾ ਹੈ। ਮਹਾਰਾਜ ਜੀ ਸਾਨੂੰ ਤਾਂ ਬੜੇ ਜਿਨ੍ਹਾਂ ਨੇ ਬਾਹਰੋਂ ਭੇਖ ਧਾਰਨ ਕੀਤਾ ਸੀ, ਉਹਨਾਂ ਦੇ ਦਰਸ਼ਨ ਭਾਵ ਅਸੀਂ ਵੇਖਣਾ ਕੀਤੇ ਹਨ। ਸੰਨਿਆਸੀ ਤਪੀਅਸ ਹੈ, ਸੰਨਿਆਸੀ ਤਪਸੀਆ ਹੈ। ਮਹਾਰਾਜ ਜੀ ਬੜੇ ਬੜੇ ਸੰਨਿਆਸੀ ਦੇਖੇ ਸੀ, ਜਿਹੜੇ ਕਹਿੰਦੇ ਸੀ ਸਭ ਕੁਝ ਤਿਆਗ ਦਿੱਤਾ ਹੈ। ਬੜੇ ਬੜੇ ਤਪਸੀਆ ਹੈ, ਜਿਨ੍ਹਾਂ ਨੇ ਇੰਨਾ ਇੰਨਾ ਹਜੂਰ ਤਪ ਕੀਤਾ ਸੀ। ਮੁਖੋਂ ਇਹ ਪੰਡਿਤ ਮਿੱਠੇ, ਤੇ ਮੁਖ ਤੋਂ ਮਹਾਰਾਜ ਜੀ ਬੜੀਆਂ ਬੜੀਆਂ ਮਿੱਠੀਆਂ ਗਿਆਨ ਦੀਆਂ ਗੱਲਾਂ ਕਰਦੇ ਸੀ। ਜਿਵੇਂ ਪਿੱਛੇ ਆਇਆ ਸੀ ਨਾ, ਕਾਨਾ ਜਦੋਂ ਹਜੂਰ ਜਿਹੜੇ ਨਿਤ ਦੇ ਸਤਸੰਗੀ ਕਥਾ ਸੁਣਦੇ ਨੇ, ਉਹਨੇ ਬਾਣੀ ਉਚਾਰੀ ਸੀ, ਉਹੀ ਰੇ ਮੈਂ ਉਹੀ ਰੇ, ਜਾ ਕੋ ਬੇਦ ਪ੍ਰਾਨਾ ਖੋਜੈ, ਖੋਜਤ ਖੋਜ ਨਾ ਹੋਈ ਰਹਿ। ਇਸੇ ਤਰ੍ਹਾਂ ਮਹਾਰਾਜ ਜੀ ਬੜਿਆਂ ਦੇ ਦਰਸ਼ਨ ਹੋਏ ਨੇ, ਉਹ ਵੀ ਐਂ ਕਹਿੰਦੇ ਸੀ ਅਹੰਗ ਬ੍ਰਹਮ ਅਸਮੀ, ਅਸੀਂ ਹੀ ਬ੍ਰਹਮ ਹਾਂ, ਅਸੀਂ ਹੀ ਅਕਾਲ ਪੁਰਖ ਵਾਹਿਗੁਰੂ ਹਾਂ, ਅਸੀਂ ਤੁਹਾਡੀ ਗਤੀ ਕਰਾਂਗੇ। ਮੁਖ ਤੋਂ ਮਹਾਰਾਜ ਜੀ ਬੜੇ ਹੀ ਬੜੇ ਮਿੱਠੇ ਬਚਨ ਕਹਿੰਦੇ ਸੀ। ਬਰਸ ਏਕ ਹੋ ਫਿਰਿਓ, ਇਹ ਬਰਸ ਏਕ ਜੋ ਸਾਧ ਸੰਗਤ ਜੀ, ਇਹ ਦੇਵਤਿਆਂ ਦਾ ਵਰਾ ਹੁੰਦਾ ਹੈ। ਇਹ ਜਿੱਦਾਂ ਆਪਣੇ ਮਨੁੱਖਾ ਇੱਥੇ ਧਰਤੀ ਤੇ 1 ਸਾਲ ਇਹਨਾਂ ਦੇ 12 ਸਾਲਾਂ ਦੇ ਬਰੋਬਰ ਹੁੰਦਾ ਹੈ। ਮਹਾਰਾਜ ਜੀਆਂ ਨੂੰ ਕਹਿੰਦੇ ਹਨ, ਹਜੂਰ ਅਸੀਂ 12 ਸਾਲ ਜਿਸ ਤਰ੍ਹਾਂ ਇਸ ਧਰਤੀ ਤੇ ਫਿਰ ਰਹੇ ਹਾਂ। ਜਿਨੈ ਨਹੁ ਪਰਚੋ ਲਾਇਓ, ਪਰ ਮਹਾਰਾਜ ਜੀ ਕਿਸੇ ਨੇ ਗਿਆਨ ਦਾ ਪਰਚਾ ਹੀ ਨਹੀਂ ਲਾਇਆ, ਸਭ ਆਪਣੇ ਨਾਲ ਹੀ ਜੋੜਨ ਵਾਲੇ ਸੀ। ਕਿਸੇ ਨੇ ਅਕਾਲ ਪੁਰਖ ਵਾਹਿਗੁਰੂ ਨਾਲ ਤਾਂ ਸਾਨੂੰ ਜੋੜਿਆ ਹੀ ਨਹੀਂ। ਕਹਤੇ ਹੈ ਕਹਤੀ ਸੁਣੀ, ਮਹਾਰਾਜ ਜੀ ਕਹਿਣੀ ਕਹਿਣੀ ਬੜੀ ਸੁਣੀ ਸੀ ਉਹਨਾਂ ਦੀ। ਮੁਖ ਤੋਂ ਕਹਿੰਦੇ ਸੀ ਇਹ ਤਾਂ ਬੜੀਆਂ ਬੜੀਆਂ ਉਹਨਾਂ ਦੇ ਗਾਂ ਚੇਲੇ ਰੱਖੇ ਸੀ, ਗੱਲਾਂ ਕਰਦੇ ਸੀ। ਰਹਿਤ ਕੋ ਖੁਸ਼ੀ ਨਾ ਆਇਓ, ਪਰ ਮਹਾਰਾਜ ਜੀ ਉਹਨਾਂ ਦੀ ਰਹਿਤ ਵੇਖ ਕੇ ਸਾਨੂੰ ਖੁਸ਼ੀ ਨਹੀਂ ਜੇ ਆਈ। ਕਹਿਣ ਮਾਤਰ ਤਾਂ ਗੱਲਾਂ ਵਿੱਚ ਆਪਣੇ ਆਪ ਨੂੰ ਕਾਲ ਪੁਰਖ ਵਾਹਿਗੁਰੂ ਕਹਾ ਲੈਂਦੇ ਨੇ, ਪਰ ਜੇ ਰਹਿਣੀ ਦੇਖੀਏ, ਲੋਕੇ ਸ਼ਰਾਬ ਪੀਣ ਨੂੰ ਵੀ ਮਿਲੇ ਉਹ ਵੀ ਪੀ ਲੈਂਦੇ ਸੀ, ਵਿਸ਼ੇ ਭੋਗਦੇ ਸੀ। ਜਦੋਂ ਉਹਨਾਂ ਦੀ ਕਹਿਣੀ ਤੇ ਰਹਿਣੀ ਵਿੱਚ ਮਹਾਰਾਜ ਜੀ ਜ਼ਮੀਨ ਆਸਮਾਨ ਦਾ ਫਰਕ ਸੀ। ਹਰ ਨਾਮ ਛੋੜ ਦੂਜੈ ਲੱਗੇ, ਹਰੀ ਦਾ ਨਾਮ ਛੱਡ ਕੇ ਦਵੈਸ ਵਿੱਚ ਆਪਣੀਆਂ ਦੇਹਾਂ ਹੀ ਪੂਜਣ ਵਿੱਚ ਲੱਗੇ ਸਨ। ਤਿਨ ਕੇ ਗੁਣ ਹੋ ਕਿਆ ਕਹਿਓ, ਜਿਵੇਂ ਆਪਾਂ ਕਹਿੰਦੇ ਆ ਨਾ ਕਿ ਤੂੰ ਭਲਾ ਮਾਨਸ ਤੇਰੇ ਗੁਣ ਕੀ ਕਵਾਂ, ਭਾਵ ਸਾਰੇ ਔਗਣ ਹੀ ਔਗਣ ਸਨ। ਇਹ ਭੱਟ ਭਿਖਾ ਜੀ ਕਹਿੰਦੇ ਨੇ, ਮਹਾਰਾਜ ਜੀ ਤਿੰਨ ਕੇ ਗੁਣ ਹੋ ਕਿਆ ਕਹੋ। ਮਹਾਰਾਜ ਜੀ ਉਹਨਾਂ ਦੇ ਗੁਣ ਕਿਹੜੇ ਕਹਿਣਾ ਕਰੀਏ। ਗੁਰ ਦਈ ਮਿਲਾਇਓ ਭਿਖਿਆ, ਹੁਣ ਭਿਖਾ ਜੀ ਕਹਿੰਦੇ ਹਨ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਆਪ ਜੀਆਂ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਮਿਲਾ ਦਿੱਤਾ ਹੈ। ਜਿਵ ਤੂੰ ਰਖੈ ਤਿਵ ਰਹਿਓ, ਹੁਣ ਸਤਿਗੁਰ ਜੀ ਜਿਵੇਂ ਆਪ ਜੀ ਰੱਖਣਾ ਕਰੋਗੇ ਅਸੀਂ ਉਵੇਂ ਰਹਾਂਗੇ, ਜਾਂ ਜਿਵੇਂ ਮਹਾਰਾਜ ਜੀ ਤੁਸੀਂ ਸਿੱਖਾਂ ਨੂੰ ਰੱਖਦੇ ਹੋ ਸਾਨੂੰ ਵੀ ਸਿੱਖੀ ਧਾਰਨ ਕਰਵਾ ਦਵੋ। ਇਹ ਭਿਖਾ ਜੀ ਜੋ ਬ੍ਰਹਮਾ ਜੀ ਹਨ, ਕਿਉਂਕਿ ਹਜੂਰ ਕਦੇ ਵੀ ਨਹੀਂ ਇਸ ਤਰ੍ਹਾਂ ਕਹਿੰਦੇ ਸਾਡੀ ਪੂਜਾ ਕਰ ਸਿੱਖਾ ਕਲਿਆਣ ਹੋਵੇਗੀ। ਸਦਾ ਕੇਵਲ ਵਾਹਿਗੁਰੂ ਜੀ ਕਹਿੰਦੇ ਨੇ, ਸਿੱਖਾ ਨਾਮ ਜਪਿਆ ਕਰ, ਨਾਮ ਹੀ ਕਲਿਆਣ ਕਰੇਗਾ। ਇਹ ਭਿਖਾ ਜੀਆਂ ਨੇ ਜਦੋਂ ਸਤਿਗੁਰ ਜੀਆਂ ਅੱਗੇ, ਇਹ ਗੁਰਬਾਣੀ ਵਿੱਚ ਸਾਧ ਸੰਗਤ ਜੀ ਸਵਈਏ ਮਹੱਲੇ ਤੀਜੇ ਵਿੱਚ ਆਉਂਦਾ ਹੈ, ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ, ਇਹ ਵਾਲਾ ਸਵਈਆ ਫਿਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸੁਣਿਆ ਹੈ। ਸਵਈਆ ਛੰਦ ਆਪ ਗੁਰ ਬਨ ਦੀਖਿਆ ਦੀਜਹਿ, ਮਹਾਰਾਜ ਜੀ ਤੁਸੀਂ ਹੁਣ ਗੁਰੂ ਬਣ ਕੇ ਸਾਨੂੰ ਦੀਖਿਆ ਦਵੋ, ਪ੍ਰੇਰਨਾ ਦਵੋ। ਸਿੱਖ ਕਰਹੁ ਉਚਰਹੁ ਉਪਦੇਸ਼, ਮਹਾਰਾਜ ਜੀ ਸਾਡੇ ਪ੍ਰਥਾਏ ਵੀ ਕੋਈ ਉਪਦੇਸ਼ ਦਵੋ। ਪ੍ਰਸੰਗ ਲੰਮਾ ਹੈ ਸਾਧ ਸੰਗਤ ਜੀ, ਕੱਲ ਨੂੰ ਸਤਿਗੁਰ ਜੀਆਂ ਦਾ ਪ੍ਰਕਾਸ਼ ਗੁਰਪੁਰਬ ਵ ਪਹਿਲਾ ਮਹਾਰਾਜ ਜੀਆਂ ਦਾ ਪ੍ਰਕਾਸ਼ ਸਾਧ ਸੰਗਤ ਜੀ ਦਿਵਸ ਮਨਾਇਆ ਜਾ ਰਿਹਾ ਹੈ। ਕੱਲ ਨੂੰ ਆਪਾਂ ਅੱਗੇ ਕਥਾ ਸਰਵਣ ਕਰਾਂਗੇ। ਜਿਸ ਤਰ੍ਹਾਂ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ
ਇਤਿਆਦਿਕ ਗੁਰਸਿੱਖ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਮਹਾਰਾਜ ਜੀਆਂ ਦਾ ਪ੍ਰਕਾਸ਼ ਕਰਦੇ ਨੇ। ਇਹ ਆਪਾਂ ਵਾਰਤਕ ਰੂਪ ਵਿੱਚ ਸ਼ਰਵਣ ਕਰਦੇ ਹਾਂ। ਜਦੋਂ ਸਤਿਗੁਰ ਜੀਆਂ ਅੱਗੇ ਇਹਨਾਂ ਨੇ 17 ਭੱਟਾਂ ਨੇ ਅਰਦਾਸ ਕੀਤੀ ਸੀ, ਹਜੂਰ ਨੇ ਕਿਹਾ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਉਪਮਾ ਗਾਵੋ ਭੱਟ ਜਣੋ, ਤੁਹਾਨੂੰ ਗਿਆਨ ਹੋ ਆਵੇਗਾ। ਹਜੂਰ ਸਾਨੂੰ ਗਾਉਣੀ ਨਹੀਂ ਆਉਂਦੀ। ਫਿਰ ਜੋ ਸਵਈਏ ਮੁੱਖ ਵਾਕ ਹਨ, ਜੋ ਪਹਿਲੇ ਦੋ, ਇਹ ਹਜੂਰ ਆਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਉਸਤਤ ਕਰੋ, ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਣਾ। ਹੇ ਸਾਰੀਆਂ ਦਾਤਾਂ ਦੇ ਦਾਤਾਰ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਮੈਂ ਜਾਚਕ ਭਿਖਾਰੀ ਬਣ ਕੇ ਤੁਹਾਡੇ ਦਰ ਤੇ ਪੈ ਗਿਆ ਹਾਂ। ਮਿਲੈ ਦਾਨ ਸੰਤਰੇਨ ਜਿਹੇ ਲਗ ਭੌਜਲ ਤਰਨਾ। ਸਾਨੂੰ ਆਪ ਜੀਆਂ ਦੇ ਸੰਤਾਂ ਦੀ, ਮਹਾਤਮਾ ਦੀ ਚਰਨਾਂ ਦੀ ਧੂੜੀ ਮਿਲੇ, ਜਿਸ ਨਾਲ ਅਸੀਂ ਭੈਦਾਇਕ ਸੰਸਾਰ ਤੋਂ ਪਾਰ ਹੋ ਜਾਈਏ। ਮਿਲੈ ਦਾਨ ਸੰਤਰੇਨ ਜਿਹੇ ਲਗ ਭਵਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਹੇ ਭੱਟ ਜਣੋ, ਅਰਦਾਸ ਵਿੱਚ ਬੇਨਤੀਆਂ ਜੋਦੜੀਆਂ ਪਾ ਕੇ ਕਰੋ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਮਨ ਨੂੰ ਸ਼ੈਂਦ ਭਾਈ ਜਾਈਏ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ, ਭਗਤ ਇਹੋ ਮਨ ਠਹਿਰਾਵੈ। ਹਜੂਰ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਸਤਿਗੁਰ ਜੀ ਸਾਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਤੇ ਸਾਡਾ ਮਨ ਵੀ ਭਗਤੀ ਵਿੱਚ ਠਹਿਰ ਜਾਵੇ। ਇਤਿਆਦਿਕ ਹਜੂਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਉਸਤਤ ਕਰਕੇ ਭੱਟਾਂ ਨੂੰ ਦਿਖਾਈ ਹੈ। ਫਿਰ ਜਿਹੜੇ ਦੂਜੇ ਸਵਈਏ ਮੁੱਖ ਵਾਕ ਨੇ, ਜੋ ਸ਼੍ਰੋਮਣੀ ਮੁਖਾਰਬਿੰਦ ਤੋਂ ਹਜੂਰ ਨੇ ਰਚੇ ਨੇ, ਹਜੂਰ ਨੇ ਮੋਹ ਨਾਸ ਕਰ ਦਿੱਤਾ ਹੈ। ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੇ ਕੂਪ ਗੁਬਾਰ ਪਰਿਓ ਹੈ। ਇਤਿਆਦਿਕ ਸਵਈਏ ਹਜੂਰ ਨੇ ਰਚੇ ਨੇ। ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ। ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ। ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ ਬਿਨ ਸਜਾਏ ਹਰ ਨਾਮ ਉਚਾਰੀ। ਇਤਿਆਦਿਕ ਹਜੂਰ ਨੇ ਜਦੋਂ ਸਵਈਏ ਰਚ ਕੇ ਸੁਣਾਏ ਹਨ ਭੱਟਾਂ ਨੂੰ, ਫਿਰ ਭੱਟ ਸਾਹਿਬਾਨ ਉਸਤਤੀ ਕਰਨ ਲੱਗੇ ਨੇ। ਸਵਈਏ ਮਹੱਲੇ ਪਹਿਲੇ ਕੇ, ਇਹ ਸਾਧ ਸੰਗਤ ਜੀ, ਇਹ ਜੋ ਸਵਈਏ ਮਹੱਲੇ ਪਹਿਲੇ ਕੇ ਹਨ, ਪਿੱਛੇ ਏਕਾ ਪਾਇਆ ਹੈ, ਉਸ ਦਾ ਜਿੱਦਾਂ ਉਚਾਰਨ ਨਹੀਂ ਕਰੀਦਾ। ਇਹ ਇਸ ਤਰ੍ਹਾਂ ਇਹ ਸੰਥਿਆ ਵਿੱਚ ਦੱਸਿਆ ਜਾਂਦਾ ਹੈ, ਜਿਸ ਤਰ੍ਹਾਂ ਇਹ ਸਵਈਏ ਮਹੱਲੇ ਪਹਿਲੇ ਕੇ ਆਰੰਭ ਹੋਏ ਨੇ। ਇੱਕ ਮਨ ਪੁਰਖ ਧਿਆਏ ਬਰ ਦਾਤਾ। ਕਹਿੰਦੇ ਹਨ ਇੱਕ ਮਨ ਹੋ ਕੇ ਅਸੀਂ ਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਮਨ ਵਿੱਚ ਵਸਾਉਣੇ ਹਾਂ। ਇਹ ਸਾਧ ਸੰਗਤ ਜੀ ਇਥੋਂ ਇਹਨਾਂ ਉਪਮਾ ਕਰਨੀ ਸ਼ੁਰੂ ਕੀਤੀ ਸੀ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਜੇ ਹਜੂਰ ਦੇ ਚਰਨ ਸਾਡੇ ਹਿਰਦੇ ਵਿੱਚ ਵਸ ਜਾਣ ਤਾਂ ਹਜੂਰ ਦੇ ਅਸੀਂ ਗੁਣ ਗਾਉਣਾ ਕਰੀਏ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਉਪਮਾ ਕਰਦੇ ਕਹਿੰਦੇ ਨੇ, ਅਮਿਆ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਆਪ ਜੀਆਂ ਦੀ ਜੋ ਦ੍ਰਿਸ਼ਟੀ ਹੈ ਸੁਭ ਨੂੰ ਅਸੁਭ ਕਰ ਦਿੰਦੀ ਹੈ, ਸਭ ਪਾਪ ਮਹਾਰਾਜ ਜੀ ਨਾਸ ਕਰ ਦਿੰਦੀ ਹੈ। ਫਿਰ ਅੱਗੇ ਕਹਿੰਦੇ ਸਨ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਗੁਰ ਨਭ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਇਹ ਭੱਟ ਟਲ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਉਸਤਤੀ ਕਰਦੇ ਨੇ। ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਉਸਤਤੀ ਕਰਦੇ ਨੇ। ਜਦੋਂ ਇਹ ਕੱਲਾ ਕੱਲਾ ਸਵਈਆ ਸਾਧ ਸੰਗਤ ਜੀ ਬੜੀ ਬੇਅੰਤ ਉਪਮਾ ਕੀਤੀ ਹੈ, ਪਰ ਕੇਵਲ ਆਪ ਜੀਆਂ ਨੂੰ ਜਿਸ ਤਰ੍ਹਾਂ ਸਮਝ ਆ ਜਾਵੇ ਕਿ ਕਿਸ ਤਰ੍ਹਾਂ ਇਹਨਾਂ ਨੇ ਉਸਤਤੀ ਕੀਤੀ ਹੈ ਸਤਿਗੁਰ ਜੀ ਦੀ ਕਿਰਪਾ ਦੁਆਰਾ, ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਉਪਮਾ ਕਰਦੇ ਨੇ। ਕੰਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ,
ਤੇਰੀ ਉਪਮਾ ਤੋਹੇ ਬਨ ਆਵੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਤੁਹਾਡੀ ਉਪਮਾ ਤਾਂ ਮਹਾਰਾਜ ਜੀ ਤੁਹਾਨੂੰ ਬਣ ਆਉਂਦੀ ਹੈ। ਫਿਰ ਬੇਅੰਤ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਸਵਈਏ ਉਚਾਰਨ ਕੀਤੇ ਨੇ ਕਿ ਮਹਾਰਾਜ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ, ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤੇਹ ਮਿਲੰਤ ਜਮ ਤਰਾਸ ਮਿਟਾਈ, ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਈ। ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਉਪਮਾ ਕੀਤੀ ਹੈ। ਫਿਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਹਿਲਾਂ ਭਗਤ ਰੂਪ ਕਰਕੇ ਵਰਣਨ ਕਰਦੇ ਨੇ, ਕਿਉਂਕਿ ਹਜੂਰ ਨੇ ਜਿਸ ਤਰ੍ਹਾਂ ਮਨ ਵਿੱਚ ਇੱਛਾ ਨਹੀਂ ਸੀ ਸਤਿਗੁਰ ਜੀਆਂ ਦੇ ਕਿ ਸਾਡੀ ਉਸਤਤੀ ਕਰਨ, ਪਰ ਫਿਰ ਰਿਹਾ ਨਹੀਂ ਗਿਆ। ਕਹਿੰਦੇ ਹਨ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਤੱਖ ਹਰੀ ਦਾ ਰੂਪ ਹਨ। ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ, ਆਦ ਪੁਰਖ ਪ੍ਰਤੱਖ ਅਛਰ ਲਖਿਓ ਮਸਤਕ ਧੁਰ। ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ 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 ਗੁਰ ਗੁਰੂ ਕਹਾਇਓ। ਭਨ ਮਥਰਾ ਮੂਰਤ ਸਦਾ ਥਿਰ, ਲਾਏ ਚਿਤ ਸਨਮੁਖ ਰਹੋ। ਕਲ ਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰਹੁ। ਇਤਿਆਦਿਕ ਸਵਈਏ ਚਾਰਨ ਕੀਤੇ ਨੇ, ਗਿਆਨ ਹੋ ਆਇਆ ਹੈ ਉਹ ਸਤਿਗੁਰ ਜੀਆਂ ਨੇ ਲਿਖਵਾਏ ਨੇ। ਫਿਰ ਸ਼੍ਰੀ ਰਾਗ ਮਾਲਾ ਜੀ ਇਤਿਆਦਿਕ ਮਹਾਰਾਜ ਜੀਆਂ ਨੇ ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਬੇਅੰਤ ਵਿਸਥਾਰ ਹੈ ਸਾਧ ਸੰਗਤ ਜੀ, ਪਰ ਸਮਾਂ ਵਧੇਰੇ ਹੋ ਗਿਆ ਹੈ। ਸਤਿਗੁਰ ਜੀ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਜੀ ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਭੰਗ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕੱਲ ਨੂੰ ਆਪਾਂ ਜਿਸ ਤਰ੍ਹਾਂ ਜੇ ਸਤਿਗੁਰ ਜੀਆਂ ਨੇ ਕਿਰਪਾ ਕੀਤੀ ਸ਼ਰਵਣ ਕਰਾਂਗੇ। ਜੋ ਪਹਿਲਾ ਮੁੱਖ ਵਾਕ ਆਇਆ ਸੀ ਉਸ ਦੀ ਕਥਾ ਸਤਿਗੁਰ ਜੀਆਂ ਦੀ ਕਿਰਪਾ ਦੁਆਰਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਆਪ ਗੁਰ ਬਨ ਦੀਖਿਆ ਦੀਜਹਿ, ਸਿੱਖ ਕਰਹੁ ਉਚਰਹੁ ਉਪਦੇਸ਼। ਖੋਜਤ ਫਿਰੇ ਜਗਤ ਮਹਿ ਜਿਤ ਕਿਤ, ਲੇਨ ਸ਼ਾਂਤ ਹਿਤ ਪੰਥ ਵਿਸ਼ੇਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖੋ ਵੱਖ ਗੁਰਬਾਣੀ ਪਛਾਨਣੇ ਲਈ ਬਾਣੀ ਨਾਲ ਮਹੱਲਾ